ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੰ, ਹਿਰਦੈ ਧਿਆਵੰ। ਸ਼੍ਰੀ ਗੁਰ ਰਾਮਦਾਸ ਗੁਣ ਗਾਵੰ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਰਿੰਦੇ ਨਾਰੇ। ਤੇ ਉਹਨੂੰ ਫਿਰ ਗੁਪਤ ਰੱਖਣਾ ਚਾਹੀਦਾ। ਵਾਰ-ਵਾਰ ਨਿਮਰਤਾ ਧਾਰਨ ਕਰਕੇ, ਭਗਤੀ ਭਾਵਨਾ ਧਾਰਨ ਕਰਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ। ਕਿਉਂਕਿ ਕਈ ਵਾਰੀ ਕੀ ਹੁੰਦਾ, ਆਪਾਂ ਜਦੋਂ ਗਿਆਨ ਦੀਆਂ ਗੱਲਾਂ ਕਰਦੇ ਹਾਂ, ਅਹੰ ਬ੍ਰਹਮ ਆਸਮੀ ਆਦਿਕ ਇਹ ਜੋ ਸ਼ਬਦ ਹੈ, ਇਹਦਾ ਜਦੋਂ ਆਪਾਂ ਉਚਾਰਨ ਕਰਦੇ ਹਾਂ ਤੇ ਫਿਰ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਹਨ, ਜਿਨ੍ਹਾਂ ਨੂੰ ਸੱਚ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਨੂੰ ਤਾਂ ਕੋਈ ਵਿਕਾਰ ਨਹੀਂ ਹੈ, ਉਹਨਾਂ ਨੂੰ ਤਾਂ ਕੋਈ ਇਹਦੇ ਬਾਬਤ ਹਾਨੀ ਨਹੀਂ ਹੁੰਦੀ ਹੈ, ਉਹ ਤਾਂ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਹਨ। ਲੇਕਿਨ ਕਈ ਜਿਹੜੇ ਰੀਸ ਕਰਨ ਵਾਲੇ, ਦੇਖਾ ਦੇਖੀ ਕਰਨ ਵਾਲੇ, ਦੇਖਾ ਦੇਖੀ ਸਵਾਂਗ ਧਾਰ ਭੂਲੇ ਪਟਕਾ ਖਾਏ, ਇਹੋ ਜਿਹੇ ਦੇਖਣ ਵਾਲੇ ਲੋਕ, ਸਵਾਂਗ ਧਾਰੀ ਲੋਕ, ਉਹਨਾਂ ਨੇ ਫਿਰ ਇਹੋ ਜਿਹੇ ਮਾਂ ਵਾਕਾਂ ਨੂੰ ਯਾਦ ਕਰ ਲੈਣਾ ਤੇ ਯਾਦ ਕਰਕੇ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦੇਣਾ ਕਿ ਅਹੰ ਬ੍ਰਹਮ ਆਸਮੀ, ਕਿ ਮੈਂ ਹੀ ਰੱਬ ਹਾਂ, ਮੈਂ ਹੀ ਬ੍ਰਹਮ ਹਾਂ ਕਰਕੇ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਇਹ ਗੋਝ ਗਿਆਨ ਦੀ ਜੇ ਪ੍ਰਾਪਤੀ ਹੋ ਜਾਵੇ, ਉਹਨੂੰ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ। ਬਾਰ-ਬਾਰ ਨਿਮਰਤਾ ਧਾਰਨ ਕਰਕੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। ਆਪਣੇ ਆਪ ਨੂੰ ਨੀਵਾ ਅਖਵਾਉਣਾ ਚਾਹੀਦਾ, ਨਾਨਾ ਆਪਣੇ ਆਪ ਨੂੰ ਅਖਵਾਉਣਾ ਚਾਹੀਦਾ, ਨਿਮਰਤਾ ਧਾਰਨ ਕਰਕੇ ਰੱਖਣਾ ਚਾਹੀਦਾ। ਤੇ ਨਾਲ ਇਹ ਵੀ ਬਚਨ ਕਿਹਾ ਕਿ ਜਿਹੜਾ ਘਿਓ ਹੁੰਦਾ ਹੈ, ਬੇਸ਼ੱਕ 100 ਖੁਰਾਕ ਖਾ ਲਿਓ, ਤੇ ਘਿਓ ਦਾ ਮੁਕਾਬਲਾ 100 ਖੁਰਾਕ ਵੀ ਜਿਹੜਾ 100 ਖੁਰਾਕ ਵੀ ਜਿਹੜੀ ਹੈ ਉਹ ਘਿਓ ਦਾ ਮੁਕਾਬਲਾ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਲੇਕਿਨ ਕੋਈ ਬੰਦਾ ਜਿਹੜਾ ਹੈ, ਹਰ ਕੋਈ ਬੰਦਾ ਘਿਓ ਨੂੰ ਪਚਾ ਨਹੀਂ ਸਕਦਾ। ਕੋਈ ਜਿਹੜਾ ਬਿਮਾਰ ਹੋਵੇ, ਅਤੀਸਾਰ ਦਾ ਰੋਗ ਲੱਗ ਜਾਵੇ, ਜਾਂ ਜਿਹਨੂੰ ਕਫ ਦਾ ਰੋਗ ਲੱਗ ਜਾਵੇ, ਉਹਨੂੰ ਘਿਓ ਖਵਾ ਦਿਓ ਤੇ ਫਿਰ ਘਿਓ ਜਿਹੜਾ ਹੈ ਉਹਦੇ ਵਾਸਤੇ ਹਾਨੀਕਾਰਕ ਹੋ ਜਾਂਦਾ, ਉਹਦੇ ਵਾਸਤੇ ਜ਼ਹਿਰ ਦਾ ਕੰਮ ਕਰਦਾ। ਇਸ ਕਰਕੇ ਜੇ ਘਿਓ ਨੂੰ ਛਕਣਾ ਹੈ, ਉਹਨੂੰ ਪਚਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਉਹ ਅਗਲੀ ਆਪਾਂ ਕਥਾ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ
ਏਕ ਵਾਰੀ ਉਚਾਰਨ ਕਰੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਤਮ ਅਗਿਆਨ ਹੈ ਭਾਨ ਸਮਾਨਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪਾਵਨ ਬਚਨਾਂ ਨੂੰ ਉਚਾਰਨ ਕਰ ਰਹੇ ਹਨ। ਮਹਾਰਾਜ ਜੀ ਨੇ ਕਿਹਾ ਕਿ ਜੋ ਅਗਿਆਨਤਾ ਰੂਪੀ ਜੋ ਅੰਧਕਾਰ ਹੈ ਉਹਨੂੰ ਗਿਆਨ ਜਿਹੜਾ ਉਹ ਭਾਣ ਦੇ ਵੱਤ ਹੈ, ਉਹ ਸੂਰਜ ਦੇ ਵੱਤ ਹੈ। ਜਿਸ ਤਰ੍ਹਾਂ ਕਿ ਪਿਆਰਿਓ ਰਾਤਰੀ ਜਦੋਂ ਹੁੰਦੀ ਹੈ, ਰਾਤਰੀ ਨੂੰ ਅੰਧਕਾਰ ਛਾ ਜਾਂਦਾ, ਲੇਕਿਨ ਜਦੋਂ ਇੱਕ ਵਾਰੀ ਸੂਰਜ ਦਾ ਉਦੈ ਹੋ ਜਾਵੇ ਤਾਂ ਸੂਰਜ ਦੇ ਉਦੈ ਹੋਣ ਦੇ ਨਾਲ ਹੀ ਅੰਧਕਾਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਅਗਿਆਨਤਾ ਰੂਪੀ ਅੰਧਕਾਰ ਬੰਦੇ ਦੇ ਹਿਰਦੇ ਵਿੱਚ ਲੱਗਿਆ ਹੋਇਆ, ਲੇਕਿਨ ਉਹੀ ਹਿਰਦੇ ਵਿੱਚ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਵੇ ਤੇ ਇਹ ਤਮ ਅਗਿਆਨ ਦਾ ਵਿਨਾਸ਼ ਹੋ ਜਾਂਦਾ। ਵਿਸ਼ੇ ਤਪਤ ਕੋ ਛਾਏ ਮਹਾਨਾ। ਵਿਸ਼ੇ ਰੂਪੀ ਤਪਤ ਜਿਹੜੀ ਹੈ, ਸੂਰਜ ਜਦੋਂ ਬਹੁਤ ਜ਼ਿਆਦਾ ਤਪਦਾ ਤੇ ਫਿਰ ਭਰੀ ਦੁਪਹਿਰੀ ਦੇ ਵਿੱਚ ਆਪਾਂ ਖੁੱਲੇ ਅਸਮਾਨ ਦੇ ਵਿੱਚ ਨਹੀਂ ਖੜ ਸਕਦੇ ਹਾਂ, ਬਹੁਤ ਜ਼ਿਆਦਾ ਤਪਸ਼ ਲੱਗਦੀ ਹੈ। ਫਿਰ ਬੰਦਾ ਕੀ ਕਰਦਾ, ਉਹ ਕੋਈ ਛਾਇਆ ਦੀ ਲੋੜ ਕਰਦਾ, ਕੋਈ ਛਾਇਆ ਮਿਲ ਜਾਵੇ ਦਰਖਤ ਦੇ ਹੇਠ ਜਾਂ ਕਿਸੇ ਮਕਾਨ ਦੀ ਛਾਇਆ ਦੇ ਹੇਠ ਜਾ ਕਰਕੇ ਆਪਣੇ ਆਪ ਨੂੰ ਬਚਾ ਲੈਂਦਾ, ਸੂਰਜ ਦੀ ਗਰਮੀ ਤੋਂ ਆਪਣੇ ਆਪ ਨੂੰ ਉਹ ਪਰੇ ਕਰ ਲੈਂਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਇਹ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕਰਕੇ ਸਮਝਾ ਰਹੇ ਹਨ ਕਿ ਵਿਸ਼ੇ ਵਿਕਾਰ ਰੂਪੀ ਜਦੋਂ ਬਹੁਤ ਜ਼ਿਆਦੀ ਤਪਤ ਲੱਗਦੀ ਹੈ, ਉਹ ਤੋਂ ਬਚਣ ਦੇ ਵਾਸਤੇ ਗਿਆਨ ਜੋ ਹੈ ਇਹ ਛਾਇਆ ਦੇ ਵੱਤ ਹੈ। ਪੁਨ ਸਤ ਸੰਗ ਅਹੈ ਸਮਸਾਗਰ। ਤੇ ਅੱਗੇ ਮਹਾਰਾਜ ਜੀ ਨੇ ਕਿਹਾ ਕਿ ਇਹ ਸਤ ਸੰਗਤ ਜੋ ਹੈ, ਆਪਾਂ ਸਤ ਸੰਗਤ ਦੇ ਵਿੱਚ ਗੁਰੂ ਘਰ ਦੇ ਵਿੱਚ ਜਦੋਂ ਚੱਲ ਕੇ ਆਂਦੇ ਤੇ ਇਹ ਸਮੁੰਦਰ ਦੇ ਵੱਤ, ਇਹ ਸਾਗਰ ਦੇ ਵੱਤ ਹੈ। ਜਿਸ ਮਹਿ ਆਸ ਸੁਠ ਰਤਨ ਉਜਾਗਰ। ਇਹਦੇ ਵਿੱਚ ਅੱਗੇ ਮਹਾਰਾਜ ਜੀ ਨੇ ਕਿਹਾ ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਹੀਰੇ ਮਾਣਕ ਹੁੰਦੇ ਹਨ, ਤਰ੍ਹਾਂ ਤਰ੍ਹਾਂ ਦਾ ਖਜ਼ਾਨਾ ਜਿਹੜਾ ਹੈ ਉਹ ਭਰਿਆ ਹੋਇਆ ਹੁੰਦਾ। ਮਹਾਰਾਜ ਜੀ ਨੇ ਕਿਹਾ ਨਾ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਈ ਜੇ ਤਿਸ ਮਨਹੁ ਨਾ ਵੀਸਰੈ। ਇਸ ਤਰ੍ਹਾਂ ਹੀ ਇਹ ਗੁਰਬਾਣੀ, ਇਹ ਜੋ ਗਿਆਨ ਹੈ, ਸਤ ਸੰਗਤ ਜੋ ਹੈ ਇਹ ਸਮੁੰਦਰ ਦੇ ਵੱਤ ਹੈ। ਸਮੁੰਦਰ ਦੇ ਵਿੱਚ ਜਿਸ ਤਰ੍ਹਾਂ 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 ਦੇ ਖਜ਼ਾਨੇ ਹੁੰਦੇ ਹਨ, ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਇਹ ਬਚਨ ਕਰਨਾ ਕੀਤਾ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੈ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੈ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਕਿ ਆ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਗੁਰਬਾਣੀ ਜੋ ਹੈ ਇਹ ਸਾਗਰ ਦੇ ਵੱਤ ਹੈ, ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰਤਨ ਜੋ ਹੈ ਉਹ ਲੁਕੇ ਹੋਏ ਹਨ, ਛੁਪੇ ਹੋਏ ਹਨ। ਮੈਤਰੀ ਮੁਦਤਾ ਸਤ ਸੰਤੋਖੰ। ਇਹਦੇ ਵਿੱਚ ਕਿਹੜਾ ਖਜ਼ਾਨਾ ਹੈ, ਕਿਹੜਾ ਗੁਪਤ ਖਜ਼ਾਨਾ ਸਮੁੰਦਰ ਦੇ ਵਿੱਚ ਹੈ, ਤੇ ਇਹ ਸਤ ਸੰਗਤ ਰੂਪੀ ਗੁਰਬਾਣੀ ਰੂਪੀ ਸਮੁੰਦਰ ਦੇ ਵਿੱਚ ਮੈਤਰੀ ਪੁਣਾ ਜਿਹੜਾ ਹੈ, ਭਾਵ ਕੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਇਹ ਜੋ ਹੈ ਮੈਤਰੀ ਭਾਵ ਹੈ, ਸਾਰਿਆਂ ਨੂੰ ਆਪਣਾ ਬਣਾ ਲੈਣਾ, ਸਾਰਿਆਂ ਦੇ ਮਿੱਤਰ ਸੱਜਣ ਬਣ ਜਾਣਾ। ਮੁਦਿਤਾ ਦਾ ਭਾਵ ਹੈ ਕਿ ਆਨੰਦ ਦੇ ਵਿੱਚ ਰਹਿਣਾ ਹੈ। ਤੇ ਸਤ ਸੰਤੋਖ ਆਦਿਕ ਕਰੁਣਾ ਛਿਮਾ ਖਾਰ ਨਹਿ ਦੁਖੰ। ਤੇ ਕਰੁਣਾ ਹੈ ਇਹਦੇ ਅੰਦਰ, ਕਰੁਣਾ ਰੂਪੀ ਖਜ਼ਾਨਾ ਹੈ, ਤੇ ਨਾਲ ਛਿਮਾ ਰੂਪੀ ਇਹ ਸਾਰ ਤੱਤ ਹੈ ਸਤ ਸੰਗਤ ਦੇ ਵਿੱਚ। ਖਾਰ ਨਹਿ ਦੋਖੰ, ਜਿਸ ਤਰ੍ਹਾਂ ਕਿ ਆਪਾਂ ਬਾਹਰੀ ਸਮੁੰਦਰ ਜੇ ਆਪਾਂ ਵੇਖੀਏ, ਬਾਰੀ ਪਿਆਰਿਓ ਜਿੰਨੇ ਵੀ ਸਮੁੰਦਰ ਹਨ, ਬੇਸ਼ੱਕ ਸਮੁੰਦਰ ਬਹੁਤ ਵੱਡਾ ਹੁੰਦਾ ਹੈ, ਬਹੁਤ ਵਿਸ਼ਾਲ ਹੁੰਦਾ। ਆਪਾਂ ਕਹਿੰਦੇ ਹਾਂ ਕਿ ਜਲ ਜਿਹੜਾ ਹੈ ਅੱਜ ਜ਼ਿਆਦਾ ਕਰਕੇ
ਪਾਣੀ ਦੀ ਬਹੁਤ ਜ਼ਿਆਦਾ ਸਾਨੂੰ ਕਿੱਲਤ ਹੁੰਦੀ ਹੈ। ਗਰਮੀਆਂ ਦੇ ਵਿੱਚ ਪਾਣੀ ਖਤਮ ਹੋ ਜਾਂਦਾ, ਧਰਤੀ ਦਾ ਵੀ ਪਾਣੀ ਸੁੱਕ ਜਾਂਦਾ, ਲੋਕਾਂ ਨੂੰ ਪੀਣ ਵਾਸਤੇ ਵੀ ਜਲ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੇ ਉਂਝ ਆਪਾਂ ਵੇਖਦੇ ਹਾਂ ਤੇ ਧਰਤੀ ਦੇ ਉੱਤੇ ਪਿਆਰਿਓ 75% ਤੋਂ ਵੱਧ ਜਲ ਹੈ। ਧਰਤੀ ਵਿੱਚ 75% ਤੋਂ ਵੱਧ ਪਾਣੀ ਹੈ, ਬਸ 23% ਦਾ ਕੁਝ ਹਿੱਸਾ ਉਹ ਧਰਤੀ ਹੈ। ਬਾਕੀ ਪਾਣੀ ਦੇ ਨਾਲ ਸਾਰੀ ਧਰਤੀ ਭਰੀ ਹੋਈ ਹੈ। ਇੰਨਾ ਪਾਣੀ ਰਹਿਣ ਦੇ ਬਾਵਜੂਦ ਵੀ ਬੰਦਾ ਪਿਆਸਾ ਕਿਉਂ ਰਹਿ ਜਾਂਦਾ? ਬੰਦੇ ਨੂੰ ਪਾਣੀ ਦੀ ਕਿਉਂ ਇੰਨੀ ਜ਼ਿਆਦਾ ਲੋੜ ਪੈਂਦੀ ਹੈ? ਉਹਦਾ ਕਾਰਨ ਹੈ ਕਿਉਂਕਿ ਸਮੁੰਦਰ ਜਿਹੜਾ ਨਾ ਪਿਆਰਿਓ ਆਪਨੇ ਵੇਖਿਆ ਹੋਵੇਗਾ, ਸਮੁੰਦਰ ਬੇਸ਼ੱਕ ਬਹੁਤ ਵੱਡਾ ਹੈ, ਬਹੁਤ ਜਲ ਦੇ ਨਾਲ ਭਰਿਆ ਹੋਇਆ, ਲੇਕਿਨ ਸਮੁੰਦਰ ਦਾ ਜਲ ਆਪ ਨਹੀਂ ਛਕ ਸਕਦੇ ਹੋ। ਇੰਨਾ ਜ਼ਿਆਦਾ ਲੂਣ ਉਹਦੇ ਅੰਦਰ ਭਰਿਆ ਹੋਇਆ, ਖਾਰਾਪਣ ਉਹਦੇ ਅੰਦਰ ਭਰਿਆ ਹੋਇਆ। ਜਲ ਧਾਤ ਵਰਤ ਨਾ ਕੀਤਾ, ਕਿਆ ਨਾ ਕਿ ਸਤ ਸੰਗਤ ਜਿਹੜਾ ਇੱਕ ਸਮੁੰਦਰ ਦੇ ਵੱਧ ਹੈ। ਤੇ ਹੋ ਸਕਦਾ ਫਿਰ ਕਿਨੇ ਪੁੱਛਣਾ ਮਹਾਰਾਜ ਜੀ ਨੂੰ, ਕਹਿਣਾ ਕਿ ਮਹਾਰਾਜ ਬੇਸ਼ੱਕ ਸਮੁੰਦਰ ਤਾਂ ਬਹੁਤ ਵੱਡਾ ਹੁੰਦਾ, ਜਲ ਤਾਂ ਬਹੁਤ ਜ਼ਿਆਦਾ ਹੁੰਦਾ, ਲੇਕਿਨ ਖਾਰਾਪਣ ਹੁੰਦਾ ਹੈ, ਉਹ ਆਪਾਂ ਛਕ ਨਹੀਂ ਸਕਦੇ ਆ, ਖੇਤੀ ਵਾਸਤੇ ਉਹਦੀ ਵਰਤੋਂ ਵੀ ਨਹੀਂ ਕਰ ਸਕਦੇ ਆ, ਇਹ ਉਹਦੇ ਵਿੱਚ ਦੋਸ਼ ਹੈ। ਲੇਕਿਨ ਮਹਾਰਾਜ ਜੀ ਇੱਥੇ ਬਚਨ ਕਰਦੇ ਹਨ ਕਿ ਜੋ ਇਹ ਸਤ ਸੰਗਤ ਜਿਹੜੀ ਹੈ, ਸਤ ਸੰਗਤ ਦੇ ਵਿੱਚ ਖਾਰ ਨਹਿ ਦੁਖੰਗਾ, ਭਾਵ ਕਿ ਕਰੁਣਾ ਤੇ ਸ਼ਿਮਾ ਤੇ ਨਾਲ ਮੈਤਰੀਪਨ ਮੁਦਤਾ ਸਤ ਸੰਤੋਖ ਦੇ ਨਾਲ ਇਹ ਭਰਿਆ ਹੋਇਆ, ਲੇਕਿਨ ਇਹਦੇ ਅੰਦਰ ਖਾਰਪੁਣਾ ਨਹੀਂ ਹੈ, ਲੂਣ ਨਹੀਂ ਹੈ, ਇਹ ਲੂਣ ਦਾ ਦੋਖ ਇਹਦੇ ਅੰਦਰ ਨਹੀਂ ਹੈ। ਧੀਰਜ ਗਿਆਨ ਵਿਰਾਗ ਵਿਚਾਰਾ, ਇਹਦਾ ਮਤਲਬ ਕਿ ਇਹ ਸਤ ਸੰਗਤ ਜੋ ਹੈ ਇਹ ਮਿੱਠਾ ਹੈ, ਇਹ ਸਾਰਿਆਂ ਦੇ ਵਾਸਤੇ ਹਿਤਕਰ ਹੈ। ਤੇ ਅੱਗੇ ਕਹਿੰਦੇ ਮਹਾਰਾਜ ਇਹਦੇ ਅੰਦਰ ਧੀਰਜ ਦਾ ਖਜ਼ਾਨਾ, ਗਿਆਨ ਦਾ ਖਜ਼ਾਨਾ, ਵਿਰਾਗ ਦਾ ਖਜ਼ਾਨਾ ਤੇ ਸ਼ੁਭ ਵਿਚਾਰ ਦਾ ਖਜ਼ਾਨਾ ਭਰਿਆ ਹੋਇਆ। ਭਾਵ ਭਗਤ ਪਲ ਮੋਖ ਦੁਆਰਾ, ਭਾਵ ਭਗਤੀ ਜਿਹੜੀ ਹੈ ਪ੍ਰੇਮਾ ਭਗਤੀ ਹੈ, ਭਲ ਮੋਖ ਉਦਾਰਾ, ਜੋ ਮੋਖ ਮੁਕਤੀ ਦਾ ਵੀ ਖਜ਼ਾਨਾ ਸਤ ਸੰਗਤ ਦੇ ਵਿੱਚ, ਗੁਰਬਾਣੀ ਦੇ ਵਿੱਚ ਇਹ ਖਜ਼ਾਨਾ ਭਰਿਆ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਾਰੀ ਗੁਰਬਾਣੀ ਦਾ ਉਚਾਰਨ ਕਰਨਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਦੋਂ ਰਚਨਾ ਕਰਨੀ ਕੀਤੀ, ਅੰਤਿਮ ਕਾਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਮੁੰਦਾਵਣੀ ਦੇ ਵਿੱਚ ਇਹ ਬਚਨ ਕਰਨਾ ਕੀਤਾ। ਉੱਥੇ ਮਹਾਰਾਜ ਜੀ ਨੇ ਥਾਲ ਦਾ ਦ੍ਰਿਸ਼ਟਾਂਤ ਦਿੱਤਾ ਹੈ। ਜਿਸ ਤਰ੍ਹਾਂ ਕਿ ਆਪਾਂ ਕੀ ਕਰਦੇ ਹਾਂ, ਜਦੋਂ ਪ੍ਰਸ਼ਾਦਾ ਛਕਦੇ ਤੇ ਪ੍ਰਸ਼ਾਦਾ ਫਿਰ ਥਾਲ ਦੇ ਵਿੱਚ ਪਰੋਸ ਕਰਕੇ ਲਿਆਇਆ ਜਾਂਦਾ, ਤੇ ਥਾਲ ਪਿਆਰਿਓ ਜੇ ਖਾਲੀ ਹੋ ਜਾਵੇ ਜਾਂ ਇੱਕ ਜਾਂ ਦੋ ਪਦਾਰਥ ਹੋਵੇ ਤੇ ਥਾਲ ਨਹੀਂ ਸਜਦੀ ਹੈ। ਜਦੋਂ ਵਿਸ਼ੇਸ਼ ਕਰਕੇ ਆਪਾਂ ਕਿਹਨੂੰ ਆਮੰਤਰਿਤ ਕਰਦੇ ਆ, ਪ੍ਰਸ਼ਾਦੇ ਦੇ ਉੱਤੇ ਸੱਦਾ ਦਿੰਦੇ ਆ, ਵੱਡੀ ਸਾਰੀ ਥਾਲ ਰੱਖ ਕਰਕੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਆਪਾਂ ਪਾਉਂਦੇ ਆ, ਥਾਲ ਜਿਹੜਾ ਹੈ ਉਹ ਪਦਾਰਥਾਂ ਦੇ ਨਾਲ ਭਰ ਦਿੰਦੇ। ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਪਿਆਰਿਓ ਮੁੰਦਾਵਣੀ ਇੱਕ ਥਾਲ ਦੇ ਵੱਤ ਹੈ, ਲੇਕਿਨ ਇਹ ਥਾਲ ਦੇ ਵਿੱਚ ਵਿਸ਼ੇਸ਼ ਕਰਕੇ ਤਿੰਨ ਵਸਤੂਆਂ, ਥਾਲ ਵਿੱਚ ਤਿੰਨ ਵਸਤੂ ਪਈਓ, ਅਤ ਸੰਤੋਖ विचारो अमृत नाम ठाकुर का पयो जिसका सबस आधारो, जे को खावे जे को पुंचै तिसका होए उधारो, एह वस्त तजी नह जाई नित नित रख और धारो, तम संसार चरण लग तरीऐ सब नानक ब्रह्म पसारो। ਇਹ ਥਾਲ ਦੇ ਵਿੱਚ ਸਤ ਸੰਤੋਖ ਵਿਚਾਰ ਦੇ ਨਾਲ ਇਹ ਥਾਲ ਭਰੀ ਹੋਈ ਹੈ, ਤੇ ਨਾਲ ਇਹਦੇ ਵਿੱਚ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਭਾਵ ਕਿ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਵੀ ਇਹਦੇ ਵਿੱਚ ਪਿਆ ਹੋਇਆ ਹੈ, ਇਹ ਥਾਲ ਵਿੱਚ ਸੁਸ਼ੋਭਿਤ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਇੱਥੇ ਵਰਣਨ ਕਰਦੇ ਕਿ ਸਤ ਸੰਗਤ ਜੋ ਹੈ ਤੇ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਜਿਹੜੀ ਹੈ, ਇੱਥੇ ਮਹਾਰਾਜ ਜੀ ਨੇ ਸਮੁੰਦਰ ਦਾ ਦ੍ਰਿਸ਼ਟਾਂਤ ਦਿੱਤਾ, ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਥਾਲ ਦਾ ਦ੍ਰਿਸ਼ਟਾਂਤ ਹੈ। ਤੇ ਫਿਰ ਜਿਹੜਾ ਆਪਾਂ ਸ਼ਬਦ ਪੜ੍ਹਦੇ ਆ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਉੱਥੇ ਮਹਾਰਾਜ ਜੀ ਨੇ ਸਮੁੰਦਰ ਦਾ ਦ੍ਰਿਸ਼ਟਾਂਤ ਦੇ ਕਰਕੇ
ਉਦਾਹਰਣ ਦੇ ਕਰਕੇ ਗੁਰਬਾਣੀ ਦਾ ਮਹਾਰਾਜ ਜੀ ਨੇ ਜਸ ਕੀਤਾ। ਸਮ ਦਮ ਜੋਗ ਆਦਿ ਜੇ ਸਭ ਹੀ। ਜੋ ਸਮ ਹੈ, ਸਮ ਦਾ ਮਤਲਬ ਕਿ ਮਨ ਨੂੰ ਰੋਕ ਕੇ ਰੱਖਣਾ, ਤੇ ਦਮ ਦਾ ਮਤਲਬ ਇੰਦਰੀਆਂ ਨੂੰ ਰੋਕ ਕੇ ਰੱਖਣਾ, ਤੇ ਜੋਗ ਆਦਿਕ ਜੋ ਹੈ। ਉਪਜੈ ਸਦਾ ਨਾ ਨਿਕਟੈ ਕਬਹੀ। ਇਹਦੇ ਸਤ ਸੰਗਤ ਦੇ ਵਿੱਚ ਇਹਦਾ ਉਪਜ ਹੁੰਦਾ ਹੈ, ਇਹ ਕਦੇ ਨਿਖੁੱਟਦਾ ਨਹੀਂ ਹੈ। ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਈ, ਪੂਰੇ ਸਤਿਗੁਰ ਦੀਆ ਬੁਝਾਈ। ਪੂਰੇ ਸਤਿਗੁਰੂ ਮਹਾਰਾਜ ਜੀ ਤੋਂ ਇਹ ਧਨ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਇਹ ਫਿਰ ਵਿੱਚ ਸਮਾਵੈ। ਜਿਹੜਾ ਵੀ ਪਿਆਰਿਓ ਮਹਾਰਾਜ ਜੀ ਦੱਸਦੇ ਹਨ ਕਿ ਇਹ ਸਤ ਸੰਗਤ ਰੂਪੀ ਸਾਗਰ ਦੇ ਵਿੱਚ ਸਮਾ ਜਾਂਦਾ। ਕਹੋ ਕਿਉਂ ਨਾ ਆਨੰਦ ਪਦ ਪਾਵੈ। ਤੁਸੀਂ ਆਪ ਦੱਸਣਾ ਕਰੋ, ਉਹਨੂੰ ਆਨੰਦ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਹੈ? ਭਾਵ ਕਿ ਉਹਨੂੰ ਤਾਂ ਸੱਚ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ। ਸਭ ਸਾਧਨ ਮੁਖ ਸਤਸੰਗ ਜੋਈ। ਸਭ ਸਾਧਨ ਜਿੰਨੇ ਵੀ ਆਪਾਂ ਸਾਧਨ ਕਰਦੇ ਹਾਂ, ਭਾਵ ਕਿ ਜਿੰਨੇ ਵੀ ਧਰਮ ਦੇ ਸਾਧਨ ਹਨ, ਧਰਮ ਦੀ ਕਮਾਈ ਹੈ, ਜਾਓ ਇਹਦੇ ਵਿੱਚ ਬਹੁਤ ਲੰਬਾ ਸਮਾਂ ਲੱਗ ਜਾਵੇਗਾ। ਜਿਸ ਤਰ੍ਹਾਂ ਕਿ ਜਿਹੜਾ ਬੰਦਾ ਉਹ ਸਿੱਧਾ ਪਿਆਰਿਓ ਖਜ਼ਾਨੇ ਦੇ ਵਿੱਚ ਪਹੁੰਚ ਜਾਵੇ, ਉਹਦੇ ਹੱਥ ਖਜ਼ਾਨੇ ਤੱਕ ਲੱਗ ਜਾਣ, ਫਿਰ ਉਹ ਬੰਦਾ ਜਿਹੜਾ ਇੱਥੇ ਉੱਥੇ ਨਹੀਂ ਦੌੜਦਾ। ਜਿਹਨੂੰ ਸਾਰੇ ਖਜ਼ਾਨਿਆਂ ਦੀ ਚਾਬੀ ਪ੍ਰਾਪਤ ਹੋ ਜਾਵੇ, ਖਜ਼ਾਨਾ ਮਿਲ ਜਾਵੇ, ਉਹ ਫਿਰ ਦੌੜਦੇ ਭੱਜਦੇ ਨਹੀਂ ਹਨ ਕਿ ਇਹ ਲੈਣ ਵਾਸਤੇ ਇੱਥੇ ਜਾਣਾ, ਉਹ ਲੈਣ ਵਾਸਤੇ ਉੱਥੇ ਜਾਣਾ। ਨਹੀਂ ਪਿਆਰਿਓ, ਜਿੰਨੇ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਉਹ ਸਤ ਸੰਗਤ ਦੇ ਵਿੱਚ ਸਮਾਇਆ ਹੋਇਆ ਹੈ। ਤੇ ਜਿਹੜਾ ਵੀ ਸਤ ਸੰਗਤ ਦੇ ਵਿੱਚ ਆ ਕਰਕੇ ਸਤ ਸੰਗੀ ਬਣ ਜਾਂਦਾ, ਉਹਨੂੰ ਸੱਜੇ ਖੱਬੇ ਜਾਣ ਦੀ ਲੋੜ ਨਹੀਂ ਪੈਂਦੀ ਹੈ। ਉਹਨੂੰ ਸਾਰੀਆਂ ਵਸਤੂਆਂ ਦੀ ਜਿਹੜੀ ਹੈ ਪ੍ਰਾਪਤੀ ਹੋ ਜਾਂਦੀ। ਜਿਨ ਪਾਸ਼ੇ ਕੀਨੂ ਸਤਸੰਗਾ। ਜਿਨ੍ਹਾਂ ਨੇ ਪਿਛਲੇ ਭਾਵ ਕੇ ਆਪਣੇ ਪੂਰਬਲੇ ਜਨਮ ਦੇ ਵਿੱਚ ਜਾਂ ਇਹੀ ਜਨਮ ਦੇ ਵਿੱਚ ਭੂਤਕਾਲ ਦੇ ਵਿੱਚ ਜਿਨ੍ਹਾਂ ਨੇ ਸਤ ਸੰਗਤ ਕਰਨੀ ਕੀਤੀ, ਮੁਕਤ ਭਏ ਸੇ ਤਿਨ ਭ੍ਰਮ ਭੰਗਾ। ਉਹ ਮੁਕਤ ਹੋ ਗਏ ਹਨ ਤੇ ਉਹਨਾਂ ਦਾ ਭ੍ਰਮ ਜਿਹੜਾ ਭੰਗ ਹੋ ਗਿਆ, ਭ੍ਰਮ ਦੀ ਨਿਵਰਤੀ ਹੋ ਗਈ ਹੈ। ਜੇ ਅਬ ਪ੍ਰੀਤ ਤਾਰ ਉਰ ਕਰ ਹੈ। ਸਤਿਗੁਰੂ ਮਹਾਰਾਜ ਹੁਣ ਅੱਗੇ ਵਾਸਤੇ ਦੱਸਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਸਤ ਸੰਗਤ ਕਰਨੀ ਕੀਤੀ ਹੈ, ਮਹਾਰਾਜ ਜੀ ਨੇ ਕਿਹਾ ਨਾ ਸਤ ਸੰਗਤ ਕੈਸੀ ਜਾਨੀ ਹੈ, ਜਿੱਥਾ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤ ਸੰਗਤ ਜਿਹੜੀ ਹੈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਤ ਸੰਗਤ ਸਾਧ ਪਾਈ ਵਡ ਭਾਗੀ, ਮਨ ਚਲਤਾ ਭਇਓ ਅਰੂੜਾ। ਕਿ ਜਿਨ੍ਹਾਂ ਦੇ ਵਡਭਾਗ ਹੁੰਦੇ ਹਨ, ਉਹਨਾਂ ਨੂੰ ਹੀ ਸਾਧੂ ਦੀ ਸੰਗਤ, ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਨ੍ਹਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਜਾਵੇ ਤੇ ਜਿਨ੍ਹਾਂ ਦਾ ਮਨ ਦੌੜਦਾ ਹੈ, ਭੱਜਦਾ ਹੈ, ਉਹ ਮਨ ਉਹਨਾਂ ਦਾ ਇੱਕਦਮ ਰੁਕ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਸਤ ਸੰਗਤ ਕਰਨੀ ਕੀਤੀ, ਉਹ ਸੰਸਾਰ ਦੇ ਵਿੱਚੋਂ ਮੁਕਤ ਹੋ ਗਏ ਹਨ। ਤੇ ਇਸ ਕਰਕੇ ਆਪ ਸਾਰਿਆਂ ਵਾਸਤੇ ਜੇ ਅਬ ਪ੍ਰੀਤ ਧਾਰ ਉਰ ਕਰ ਹੈ, ਜਿਹੜਾ ਸ਼ਰਧਾ ਭਾਵਨਾ ਧਾਰਨ ਕਰਕੇ ਸਤ ਸੰਗਤ ਦੇ ਵਿੱਚ ਆਉਂਦਾ, ਸਤ ਸੰਗਤ ਦੇ ਵਿੱਚ ਜੁੜਦਾ। ਨਹਿ ਸੰਸੈ ਪਵ ਸਾਗਰ ਤਰ ਹੈ। ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ। ਜੋ ਇਹ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਪਦ ਪਾਏ। ਅੰਤ ਨੂੰ ਉਹਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਭਾਵੇਂ ਕੋਈ ਸਿੱਖ, ਕਿਉਂਕਿ ਕਈ ਵਾਰੀ ਕਈ ਕਹਿੰਦੇ ਕਿ ਭਾਈ ਸਾਨੂੰ ਸਤ ਸੰਗਤ ਜਾਣ ਦੀ ਲੋੜ ਹੀ ਨਹੀਂ ਹੈ, ਅਸੀਂ ਆਪਣੇ ਕਮਰੇ ਦੇ ਵਿੱਚ ਘਰ ਦੇ ਵਿੱਚ ਹੀ ਸਾਧਨਾ ਕਰਦੇ ਹਾਂ। ਬੇਸ਼ੱਕ ਪਿਆਰਿਓ, ਘਰ ਦੇ ਵਿੱਚ ਜਿੰਨਾ ਮਰਜ਼ੀ ਆਪ ਜੀ ਸਾਧਨਾ ਕਰੋ, ਕਰਨੀ ਵੀ ਚਾਹੀਦੀ ਹੈ ਕਿ ਘਰ ਦੇ ਵਿੱਚ ਸਿਮਰਨ ਕਰ ਲਿਓ, ਜਪ ਤਪ ਕਰ ਲਿਓ, ਜੋ ਕਰਦੇ ਉਹ ਕਰਨਾ ਚਾਹੀਦਾ। ਲੇਕਿਨ ਸਤ ਸੰਗਤ ਦੇ ਵਿੱਚ ਜ਼ਰੂਰ ਚੱਲ ਕਰਕੇ ਆਉਣਾ ਚਾਹੀਦਾ। ਇਹ ਜਿੰਨੇ ਵੀ ਗੁਰੂ ਕੇ ਅਸਥਾਨ ਜੋ ਹਨ, ਗੁਰਦੁਆਰਾ ਸਾਹਿਬ ਆਦਿਕ ਜੋ ਬਣੇ ਹੋਏ, ਇਹ ਪਿਆਰਿਓ ਕਾਦੇ ਵਾਸਤੇ ਹੈ? ਇਹ ਸਤ ਸੰਗਤ ਵਾਸਤੇ ਹੀ ਬਣਾਏ ਗਏ ਹਨ।
ਸਤ ਸੰਗੀਆਂ ਦਾ ਇੱਥੇ ਪੂਰਾ ਪ੍ਰਬੰਧ ਕੀਤਾ ਜਾਂਦਾ। ਕਈ ਵਾਰੀ ਕਈ ਕਹਿ ਦਿੰਦੇ ਕਿ ਭਾਈ ਕਥਾ ਚੱਲਦੀ ਹੈ, ਕਥਾ ਜੀ ਮਹਾਰਾਜ ਸੁਣਦੇ। ਠੀਕ ਹੈ ਭਾਈ, ਮਹਾਰਾਜ ਸਤ ਸੰਗਤ ਦੇ ਵਿੱਚ ਸੁਣਦੇ। ਕੀਰਤਨ ਹੁੰਦਾ, ਕਈ ਕਹਿ ਦਿੰਦੇ ਕਿ ਭਾਈ ਪਾਠ ਜੋ ਵੀ ਹੋ ਗਿਆ, ਸਿਮਰਨ ਹੋ ਗਿਆ, ਇਹ ਸੰਗਤ ਦੇ ਵਾਸਤੇ ਹੁੰਦਾ। ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਭਾਈ ਸਾਨੂੰ ਸੁਣਨ ਦੀ ਕੀ ਲੋੜ ਹੈ। ਸਤਿਗੁਰੂ ਮਹਾਰਾਜ ਸੁਣਨ ਵਾਲੇ ਹਨ, ਅਸੀਂ ਜਾਏ ਜਾਂ ਨਾ ਜਾਵੇ ਤੇ ਕੋਈ ਗੱਲ ਨਹੀਂ ਹੈ। ਇਸ ਤਰ੍ਹਾਂ ਦੀ ਪਿਆਰਿਓ ਭਾਵਨਾ ਕਦੇ ਵੀ ਨਹੀਂ ਬਣਾਉਣੀ ਚਾਹੀਦੀ ਹੈ। ਜਦੋਂ ਵੀ ਕੀਰਤਨ ਹੁੰਦਾ, ਸਤ ਸੰਗਤ ਹੁੰਦੀ ਹੈ, ਇਹਦਾ ਸਿੱਧਾ ਮਤਲਬ ਕਿ ਇਹ ਸੰਗਤ ਦੇ ਵਾਸਤੇ, ਇਹ ਨੇਮੀ ਪ੍ਰੇਮੀ ਜਿਹੜੇ ਆਉਂਦੇ ਹਨ, ਸ਼ਰਧਾਲੂ ਸਿੱਖ ਆਉਂਦੇ, ਉਹਨਾਂ ਦੇ ਵਾਸਤੇ ਕਿ ਭਾਈ ਕੀਰਤਨ ਚੱਲ ਰਿਹਾ ਕਿ ਤੂੰ ਆ ਗੁਰੂ ਘਰ ਦੇ ਵਿੱਚ ਆ ਕਰਕੇ ਕੀਰਤਨ ਦੇ ਨਾਲ ਜੁੜਨਾ ਕਰ। ਕਥਾ ਚੱਲ ਰਹੀ ਹੈ, ਕਥਾ ਦੇ ਨਾਲ ਜੁੜਨਾ ਕਰ। ਇਹ ਨਾ ਹੋਵੇ, ਕਿਉਂਕਿ ਕਈ ਵਾਰੀ ਕੀ ਹੁੰਦਾ, ਕਬੀਰ ਸਾਹਿਬ ਜੀ ਨੇ ਕਿਹਾ ਨਾ ਕਿ ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਏ, ਪਾਛੈ ਪਾਵਨਾ ਦੀਜੀਐ ਆਗੈ ਹੋਏ ਸੋ ਹੋਏ। ਕਈ ਵਾਰੀ ਕੀ ਹੁੰਦਾ, ਅਕਸਰ ਆਪਾਂ ਤੱਕਦੇ ਹਾਂ ਕਿ ਕੋਈ ਸਤਸੰਗੀ ਜਿਹੜਾ ਹੈ, ਜਦੋਂ ਸਤ ਸੰਗਤ ਦੇ ਵਿੱਚ ਆਉਂਦੇ ਤੇ ਜਿਨ੍ਹਾਂ ਨੂੰ ਪਿਆਰਿਓ ਬਾਹਲਾ ਜਿਹੜਾ ਹੈ ਇਹ ਹੁੰਦਾ, ਇਕੱਲੇ ਜਿਹੜੇ ਨਹੀਂ ਜਾਂਦੇ, ਕਹਿੰਦੇ ਜੀ ਚੱਲ ਮੇਰੇ ਨਾਲ, ਐਵੇਂ ਲਾਭ ਲਸ਼ਕਰ ਲੈ ਕਰਕੇ ਇਹੋ ਜਿਹੇ ਬੰਦੇ ਕਈ ਵਾਰੀ ਜਦੋਂ ਸਤ ਸੰਗਤ ਦੇ ਵਿੱਚ ਵੀ ਆ ਜਾਂਦੇ ਤੇ ਇੱਥੇ ਵੀ ਫਿਰ ਉਹਨਾਂ ਨੇ ਲਾਭ ਨਹੀਂ ਖੱਟਣਾ। ਫਿਰ ਸਤ ਸੰਗਤ ਦੇ ਵਿੱਚ ਆ ਕਰਕੇ ਵੀ ਉਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ। ਇੱਕ ਪਾਸੇ ਕਥਾ ਚੱਲਦੀ ਤੇ ਦੂਜੇ ਪਾਸੇ ਸਾਹਮਣੇ ਬੈਠ ਕਰਕੇ ਗੱਲਾਂ ਬਾਤਾਂ ਕਰਦੇ। ਇੱਕ ਪਾਸੇ ਕੀਰਤਨ ਚੱਲਦਾ ਤੇ ਨਾਲ ਹੀ ਆਪਣਾ ਮੋਬਾਈਲ ਕੱਢ ਕੇ ਗੱਲਾਂ ਬਾਤਾਂ। ਤੇ ਕਈ ਵਾਰੀ ਪਿਆਰਿਓ ਇੱਕ ਵੇਖਣ ਵਿੱਚ ਆਉਂਦਾ ਹੈ ਤੇ ਠੀਕ ਹੈ, ਕਈਆਂ ਦਾ ਕਾਰੋਬਾਰ ਹੁੰਦਾ, ਉਹਨਾਂ ਨੂੰ ਜੇ ਆਪਾਂ ਬੋਲਦੇ ਆ, ਕਈ ਵਾਰੀ ਕੋਈ ਯਾਤਰੂ ਜਿਹੜਾ ਹੈ ਉਹਨੂੰ ਤਾਂ ਅਸੀਂ ਦਬਕਾ ਮਾਰ ਕੇ ਬੋਲ ਦਿੰਦੇ ਆ ਕਿਉਂਕਿ ਉਹ ਪਰਾਇਆ ਹੁੰਦਾ। ਚਲੋ ਠੀਕ ਹੈ, ਉਹ ਸੁਣ ਵੀ ਲੈਂਦੇ, ਕਈ ਵਾਰੀ ਉਹਨੂੰ ਦਬਕਾ ਵੀ ਮਾਰੋ, ਚਲੋ ਭਾਈ ਐ ਮੋਬਾਈਲ ਦੇ ਨਾਲ ਗੱਲਾਂ ਬਾਤਾਂ ਨਾ ਕਰੋ, ਜਾਂ ਗੱਲਾਂ ਬਾਤਾਂ ਕਰ ਰਹੇ ਹੋ ਤੁਸੀਂ, ਸਤ ਸੰਗਤ ਦੇ ਵਿੱਚ ਖਲਲ ਪੈ ਰਿਹਾ। ਲੇਕਿਨ ਕਈ ਜਿਹੜੇ ਨਗਰ ਨਿਵਾਸੀ ਆ ਜਾਣ ਤੇ ਪਿਆਰਿਓ ਸਾਨੂੰ ਵੀ ਸਿੱਧੀ ਜੀ ਗੱਲ ਹੈ, ਕਈ ਵਾਰੀ ਅਸੀਂ ਵੀ ਮਹਿਸੂਸ ਕਰਦੇ ਹਾਂ, ਸਾਨੂੰ ਵੀ ਕਈ ਵਾਰੀ ਸੇਵਾਦਾਰਾਂ ਨੂੰ ਵੀ ਡਰ ਲੱਗਦਾ ਜੇ ਉਹਨੂੰ ਬੋਲ ਦਈਏ ਕਿ ਭਾਈ ਮੋਬਾਈਲ ਬੰਦ ਕਰ, ਭਾਈ ਗੁਪਤ ਬੈਠ, ਸਤ ਸੰਗਤ ਚੱਲ ਰਹੀ ਹੈ। ਉਹ ਗੱਲ ਪੈ ਜਾਂਦੇ, ਸਿੱਧਾ ਕਹਿ ਦਿੰਦੇ ਕਿ ਭਾਈ ਤੂੰ ਕੌਣ ਹੁੰਦਾ ਕਹਿਣ ਵਾਲਾ, ਭਾਈ ਸਾਨੂੰ ਸਾਡੀ ਮਰਜ਼ੀ ਹੈ, ਉਹਨੂੰ ਵੇਖ ਉਹਨੂੰ ਵੇਖ। ਐਵੇਂ ਫਿਰ ਕਈ ਵਾਰੀ ਕਈ ਬਲਾ ਜਿਹੜੀ ਹੈ ਉਹ ਗੱਲ ਵਿੱਚ ਪੈ ਜਾਂਦੀ ਹੈ। ਨਹੀਂ ਪਿਆਰਿਓ, ਠੀਕ ਹੈ, ਕੋਈ ਤੁਹਾਨੂੰ ਨਹੀਂ ਕਹਿੰਦਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਤ ਸੰਗਤ ਦੇ ਵਿੱਚ ਆ ਕਰਕੇ ਗੱਲਾਂ ਬਾਤਾਂ ਕਰੀ ਜਾਓ, ਮੋਬਾਈਲ ਦੇ ਵਿੱਚ ਲੈ ਕਰਕੇ ਫੋਨ ਹੀ ਕਰੀ ਜਾਓ। ਕਈ ਤਾਂ ਪਿਆਰਿਓ ਇੱਥੇ ਹੀ ਬੈਠ ਕਰਕੇ ਇੱਕ ਪਾਸੇ ਕੀਰਤਨ ਚੱਲਦਾ ਤੇ ਮੋਬਾਈਲ ਕੱਢ ਕਰਕੇ ਉਹ ਉਹਨਾਂ ਦੀ ਚੈਟਿੰਗ ਚਾਲੂ ਹੁੰਦੀ ਹੈ, ਜਾਂ ਕਈ ਵਾਰੀ ਉਹ ਵੀਡੀਓ ਗੇਮ ਆਦਿਕ ਵੀ ਬੜਾ ਖੇਲਦੇ ਹਨ। ਫਿਰ ਪਿਆਰਿਓ ਕੀ ਤੁਸਾਂ ਨੇ ਲਾਭ ਖੱਟ ਕੇ ਇੱਥੋਂ ਗਏ, ਭਾਵ ਕਿ ਖਾਲੀ ਆਏ ਤੇ ਖਾਲੀ ਚੱਲ ਗਏ, ਸਗੋਂ ਤੁਸੀਂ ਪਾਪ ਖੱਟ ਕਰਕੇ ਜਾ ਰਹੇ ਹੋ। ਇਹ ਬਹੁਤ ਵੱਡਾ ਪਾਪ ਹੈ। ਸਤਿਗੁਰੂ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਹਰ ਜਸ ਚਲਤੇ ਬਾਤ ਚਲਾਵੈ, ਗੋਬਿੰਦ ਸਿੰਘ ਤਿਸ ਜਮ ਧੱਕੇ ਲਾਵੈ। ਜਦੋਂ ਵੀ ਹਰ ਜਸ ਕੀਰਤਨ ਹੁੰਦਾ, ਕਥਾ ਚੱਲਦੀ ਹੈ ਤੇ ਉਸ ਵੇਲੇ ਜਿਹੜੇ ਗੱਲਾਂ ਬਾਤਾਂ ਕਰਦੇ ਹਨ, ਆਪਣੀਆਂ ਗੱਲਾਂ ਤੋਰਦੇ ਹਨ, ਧਿਆਨ ਦੇ ਨਾਲ ਸ਼ਬਦ ਵੱਲ ਉਹਨਾਂ ਦਾ ਧਿਆਨ ਨਹੀਂ ਰਹਿੰਦਾ ਤੇ ਮਹਾਰਾਜ ਜੀ ਨੇ ਕਿਹਾ ਫਿਰ ਉਹਨਾਂ ਨੂੰ ਜਿਹੜਾ ਜਮਾਂ ਦੇ ਧੱਕੇ ਪੈਣਗੇ, ਉਹਨਾਂ ਨੂੰ ਜਮ ਲੈ ਕਰਕੇ ਜਾਣਗੇ। ਇਸ ਕਰਕੇ ਪਿਆਰਿਓ, ਬੇਸ਼ੱਕ ਕਈ ਵਾਰੀ ਹੋ ਸਕਦਾ ਤੁਸੀਂ ਵੱਡੇ ਹੋ, ਕੋਈ ਮਿਨਿਸਟਰ ਹੋ, ਕੋਈ ਮੈਂਬਰ ਆਦਿਕ ਹੋ, ਜੋ ਮਰਜ਼ੀ ਹੋ, ਲੇਕਿਨ ਗੁਰੂ ਘਰ ਤੋਂ ਵੱਡਾ ਕੋਈ ਵੀ ਨਹੀਂ ਹੈ। ਬੇਸ਼ੱਕ ਸੇਵਾਦਾਰਾਂ ਤੋਂ ਉਹਨਾਂ ਨੂੰ ਤਾਂ ਤੁਸੀਂ ਦਬਕੇ ਮਾਰ ਸਕਦੇ ਹੋ, ਲੇਕਿਨ ਗੁਰੂ ਸਾਹਿਬ ਦੇ ਅੱਗੇ ਤੁਸੀਂ ਕੀ ਦਬਕਾ ਮਾਰ ਸਕਦੇ। ਸਤਿਗੁਰੂ ਮਹਾਰਾਜ ਪ੍ਰਤੱਖ ਹਨ। ਇਹ ਭਾਵਨਾ ਨੂੰ ਰੱਖ ਕਰਕੇ, ਠੀਕ ਹੈ, ਜੇ ਤੁਹਾਨੂੰ ਜ਼ਰੂਰੀ ਕੰਮ ਵੀ ਹੈ, ਕਈ ਵਾਰੀ ਲੋੜ ਵੀ ਪੈ ਜਾਂਦੀ, ਤਾਂ ਫਿਰ ਕੀ ਕਰਨਾ ਚਾਹੀਦਾ, ਬਾਰ-ਬਾਰ ਬੈਠ ਕਰਕੇ, ਉੱਥੇ ਬੈਠ ਕਰਕੇ ਕੀਰਤਨ ਸੁਣ ਲਿਓ, ਕਥਾ ਸਰਵਣ ਕਰ ਲਿਓ। ਜੇ ਲੋੜ ਪੈ ਗਈ ਚੱਲਦੀ ਹੈ, ਉਹਦੇ ਸਾਹਮਣੇ ਬੈਠ ਕਰਕੇ, ਜਦੋਂ ਕੀਰਤਨ ਚੱਲਦਾ ਉਹਦੇ ਮਗਰ ਬੈਠ ਕਰਕੇ, ਸਾਹਮਣੇ ਬੈਠ ਕਰਕੇ
ਫਿਰ ਮੋਬਾਈਲਾਂ ਤੇ ਗੱਲ ਕਰੀ ਜਾਓ ਜਾਂ ਔਰ ਦੂਜੇ ਤੀਜੇ ਗੇਮ ਆਦਿ ਖੇਡੀ ਜਾਓ। ਇਹ ਪਿਆਰਿਓ ਕਿੱਥੋਂ ਦੀ ਸਤ ਸੰਗਤ ਹੋਈ ਹੈ? ਭਾਵ ਕਿ ਇਹ ਤਾਂ ਫਿਰ ਇੱਕ ਪਾਉ ਲੱਥੀ ਨਹਾਤਿਆ ਦੋਏ ਪਾ ਚੜੀਅਸ ਹੋਰ। ਇਹ ਤਾਂ ਤੁਸੀਂ ਪਾਪ ਖੱਟ ਕਰਕੇ ਜਾ ਰਹੇ ਹੋ। ਇਸ ਕਰਕੇ ਪਿਆਰਿਓ ਜਦੋਂ ਵੀ ਸਤ ਸੰਗਤ ਦੇ ਵਿੱਚ ਆਉਂਦੇ ਆ ਇੱਕਦਮ ਸੁਚੇਤ ਹੋ ਕਰਕੇ ਆਉਣਾ ਚਾਹੀਦਾ। ਜਦੋਂ ਆਪਾਂ ਪਹੁੰਚਦੇ ਆ ਮਹਾਂਪੁਰਖ ਦੱਸਦੇ ਹਨ ਕਿ ਆਪਾਂ ਸਤ ਸੰਗਤ ਦੇ ਵਿੱਚ ਜਦੋਂ ਜਾਂਦੇ ਜਿੱਥੇ ਆਪਾਂ ਜੋੜੇ ਛੱਡਦੇ ਆ ਉੱਥੇ ਹੀ ਪਿਆਰਿਓ ਆਪਣੀ ਮਤ ਦਾ ਵੀ ਤਿਆਗ ਕਰਨਾ ਚਾਹੀਦਾ, ਆਪਣੇ ਅਹੰਕਾਰ ਨੂੰ ਵੀ ਛੱਡ ਕੇ ਆਉਣਾ ਚਾਹੀਦਾ। ਉੱਥੋਂ ਅੱਗੇ ਆਪਣਾ ਅਹੰਕਾਰ ਲੈ ਕੇ ਨਹੀਂ ਆਉਣਾ ਚਾਹੀਦਾ ਕਿ ਮੈਂ ਫਲਾਨਾ ਜੀ, ਮੈਂ ਢਿਮਕਾਣਾ ਜੀ, ਮੈਂ ਮਾਇਆ ਧਾਰੀ ਆ, ਮੈਨੇ ਇੰਨਾ ਦਾਨ ਦਿੱਤਾ, ਮੈਂ ਫਲਾਨਾ ਇਹ ਆ ਉਹ ਆ ਕਰਕੇ ਜੋ ਵੀ ਆਪਣੀਆਂ ਉਪਾਧੀਆਂ ਅਹੰਕਾਰ ਨੂੰ ਬਾਹਰ। ਫਿਰ ਜਦੋਂ ਆਪਾਂ ਚਰਨ ਗੰਗਾ ਦੇ ਵਿੱਚ ਆਪਾਂ ਜਦੋਂ ਚਰਨ ਆਪਣੇ ਪੈਰ ਆਪਣੇ ਜਦੋਂ ਧੋਂਦੇ ਉਹਦੇ ਨਾਲ ਹੀ ਬਸ ਆਪਣੀ ਮਤ ਨੂੰ ਵੀ ਧੋਣਾ ਚਾਹੀਦਾ। ਫਿਰ ਨਿਰਮਲ ਮਤ ਦੇ ਨਾਲ ਆਓ, ਸ਼ਰਧਾ ਭਾਵਨਾ ਦੇ ਨਾਲ। ਜਿੰਨਾ ਸਮਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਘੰਟਾ ਹੀ ਬਹਿਣਾ, 2 ਘੰਟੇ ਬਹਿਣਾ ਤਾਂ ਤੁਹਾਨੂੰ ਲਾਭ ਦੀ ਪ੍ਰਾਪਤੀ ਹੋਵੇਗੀ। ਨਹੀਂ ਪਿਆਰਿਓ, ਜੇ ਸੱਚੇ ਮਨ ਦੇ ਨਾਲ ਸੁੱਚੇ ਮਨ ਦੇ ਨਾਲ ਆ ਕਰਕੇ ਏਕ ਚਿੱਤ ਜਹ ਇੱਕ ਛਿਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਜੇ ਇਕਾਗਰ ਹੋ ਕਰਕੇ ਇੱਕ ਚਿੱਤ ਵੀ ਆਪ ਜੀ ਗੁਰੂ ਚਰਨਾਂ ਦੇ ਨਾਲ ਜੁੜ ਗਏ ਤੇ ਮਹਾਰਾਜ ਜੀ ਕਹਿੰਦੇ ਕਾਲ ਫਾਂਸ ਕੇ ਬੀਚ ਨਾ ਆਇਓ। ਇਹ ਕਾਲ ਫਾਂਸ ਦੇ ਗੇੜੇ ਦੇ ਵਿੱਚ ਨਹੀਂ ਆਉਣਾ, ਲੇਕਿਨ ਪਿਆਰਿਓ ਮਰਿਆਦਾ ਮੁਤਾਬਕ ਸਾਨੂੰ ਆਉਣਾ ਚਾਹੀਦਾ। ਮਰਿਆਦਾ ਮੁਤਾਬਕ ਜਿਹੜਾ ਹੈ ਜੇ ਆਪਾਂ ਪਹੁੰਚਦੇ ਆ, ਜੇ ਪਾਠ ਵੀ ਕਰਨਾ ਹੈ, ਕਈ ਵਾਰੀ ਦਾਸ ਇਹ ਬੇਨਤੀ ਕਰਦਾ ਹੈ, ਇਹ ਗੱਲ ਪਿਆਰਿਓ ਸਹੀ ਹੈ। ਆਪ ਜੀ ਕਦੇ ਵਿਚਾਰ ਕਰਨਾ ਕਰੋ ਤੇ ਜਦੋਂ ਕੀਰਤਨ ਚੱਲਦਾ, ਕਥਾ ਚੱਲਦੀ ਹੈ ਤੇ ਤੁਸੀਂ ਉੱਥੇ ਹੀ ਲਾਗੇ ਬੈਠ ਕਰਕੇ ਉੱਥੇ ਪਾਠ ਕਰੀ ਜਾਓ, ਲੇਕਿਨ ਤੁਹਾਡਾ ਚਿੱਤ ਜਿਹੜਾ ਪਾਠ ਵਿੱਚ ਨਹੀਂ ਲੱਗੇਗਾ ਤੇ ਚਿੱਤ ਤੁਹਾਡਾ ਕੀਰਤਨ ਵਿੱਚ ਵੀ ਨਹੀਂ ਲੱਗੇਗਾ। ਕੀਰਤਨ ਕਰਨ ਵਾਲੇ ਨੂੰ, ਕਥਾ ਕਰਨ ਵਾਲੇ ਨੂੰ ਵੀ ਇਹਦੇ ਵਿੱਚ ਖੱਲ ਪੈਂਦਾ। ਜੇ ਪਾਠ ਹੀ ਕਰਨਾ ਹੈ ਬਾਰ-ਬਾਰ ਪਿਛਲੇ ਪਾਸੇ ਜਾ ਕਰਕੇ, ਖੁੱਲੇ ਵਿੱਚ ਜਾ ਕਰਕੇ, ਕਦੇ ਆਪ ਪ੍ਰੈਕਟੀਕਲੀ ਵੀ ਇਹਨੂੰ ਕਰਕੇ ਵੇਖਣਾ ਕਰੋ। ਇੱਕ ਪਾਸੇ ਕੀਰਤਨ ਚੱਲ ਰਿਹਾ, ਤੁਸੀਂ ਸਾਹਮਣੇ ਲਾਗੇ ਹੀ ਬੈਠ ਕਰਕੇ ਪਾਠ ਕਰੋ, ਸੱਚ ਜਾਣੋ ਤੁਹਾਡਾ ਪਾਠ ਦੇ ਵਿੱਚ ਚਿੱਤ ਨਹੀਂ ਲੱਗੇਗਾ, ਨਾ ਕੀਰਤਨ ਦੇ ਵਿੱਚ ਤੁਹਾਡਾ ਚਿੱਤ ਲੱਗਣਾ। ਇਸ ਕਰਕੇ ਜੇ ਪਾਠ ਹੀ ਕਰਨਾ ਚਾਹੀਦਾ ਗੁਰੂ ਘਰ ਦੇ ਵਿੱਚ ਆ ਕਰਕੇ, ਲੇਕਿਨ ਉਹਦੇ ਵਾਸਤੇ ਫਿਰ ਜਿੱਥੇ ਵੇਲ ਹੈ, ਖੁੱਲਾ ਜਿੱਥੇ ਹੈ, ਉੱਥੇ ਬੈਠ ਕਰਕੇ ਆਰਾਮ ਦੇ ਨਾਲ ਪਾਠ ਕਰਨਾ ਚਾਹੀਦਾ। ਤੇ ਜਦੋਂ ਆਪਾਂ ਅੰਦਰ ਹਯਾਤੀ ਵਿੱਚ ਮਹਾਰਾਜ ਜੀ ਦੇ ਆ ਜਾਂਦੇ ਆ, ਫਿਰ ਪਿਆਰਿਓ ਨਿਰੋਲ ਗੁਰਬਾਣੀ ਦਾ ਜੋ ਵੀ ਪ੍ਰਵਾਹ ਚੱਲਦਾ, ਕੀਰਤਨ ਚੱਲਦਾ, ਕੀਰਤਨ ਨੂੰ ਸਰਵਣ ਕਰੋ। ਕਈ ਵਾਰੀ ਪਾਠ ਚੱਲਦਾ, ਪਾਠ ਨੂੰ ਸਰਵਣ ਕਰਨਾ ਕਰੋ। ਕਥਾ ਚੱਲਦੀ ਹੈ, ਉਹਨੂੰ ਸਰਵਣ ਕਰਨਾ ਚਾਹੀਦਾ, ਤਾਂ ਜਾ ਕਰਕੇ ਸਤ ਸੰਗਤ ਦਾ ਪੂਰਾ ਲਾਭ ਆਪ ਨੂੰ ਪ੍ਰਾਪਤ ਹੋਵੇਗਾ। ਬਹੁਰ ਜੇ ਕਰ ਹੈ ਔਰ ਅਗਾਰੀ। ਮਹਾਰਾਜ ਜੀ ਦੱਸਦੇ ਕਿ ਔਰ ਅੱਗੇ ਜਿਨ੍ਹਾਂ ਨੇ ਸਤ ਸੰਗਤ ਜਿਨ੍ਹਾਂ ਨੇ ਕਰਨੀ ਕੀਤੀ ਹੈ, ਤਿਨ ਕੀ ਹੋਵਹਿ ਮੋਖ ਸੁਖਾਰੀ। ਉਹਨਾਂ ਦੀ ਮੁਕਤੀ ਸੁਖਾਲੀ, ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ। ਮਹਾਭਾਗ ਲਹਿਣਾ ਸੁਣ ਲੀਜੈ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਲੈਣਾ ਜੀ ਤੁਹਾਡੇ ਵੱਡੇ ਭਾਗ ਹਨ, ਇਹ ਬਚਨ ਆਪ ਜੀ ਸੁਣਨਾ ਕਰੋ। ਤਾਂ ਤੇ ਸਤ ਸੰਗ ਰੀਤ ਕਰੀ ਜੈ। ਇਸ ਕਰਕੇ ਸਤ ਸੰਗਤ ਦੀ ਮਰਿਆਦਾ ਜਿਹੜੀ ਹੈ ਇਹਨੂੰ ਘੱਟ ਨਹੀਂ ਕਰਨਾ ਚਾਹੀਦਾ। ਇਹ ਸਤ ਸੰਗਤ ਦੀ ਮਰਿਆਦਾ ਨੂੰ ਅੱਗੇ ਤੋਂ ਅੱਗੇ ਆਪ ਜੀ ਤੋਰਨਾ ਕਰੋ। ਭਾਵ ਕਿ ਇਹ ਜੋ ਪਰਪਾਟੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤੋਰਨੀ ਕੀਤੀ, ਅੱਜ ਵੀ ਪਿਆਰਿਓ ਸੀਨਾ ਬਾ ਸੀਨਾ ਆਪਾਂ ਵੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਸਤ ਸੰਗਤ ਦੀ ਮਰਿਆਦਾ ਜਿਹੜੀ ਹੈ ਚਲੀ ਆ ਰਹੀ ਹੈ। ਆਪ ਜੀ ਦੇਖੋ ਜ਼ਿਆਦਾ ਕਰਕੇ ਅਣਮਤੀਆਂ ਦੇ ਜਦੋਂ ਆਪਾਂ ਅਸਥਾਨਾਂ ਤੇ ਜਾਂਦੇ ਆ, ਵੱਡੀ ਸਾਰੀ ਇਮਾਰਤ ਹੁੰਦੀ ਹੈ, ਵੱਡੇ ਮੰਦਰ ਜਾਂ ਉਹਨਾਂ ਦੀਆਂ ਬਿਲਡਿੰਗਾਂ, ਧਾਰਮਿਕ ਅਦਾਰਾ, ਜ਼ਿਆਦਾ ਕਰਕੇ ਆਪ ਜੀ ਜਾਓ ਕਿਸੇ ਅਣਮਤੀਆਂ ਦੇ ਕੋਲ ਮੰਦਰ ਆਦਿਕ ਦੇ ਵਿੱਚ ਜਾਓ, ਕਿਹੜੀ ਕੋਈ ਸਤ ਸੰਗਤ ਦਾ ਕੋਈ ਪ੍ਰਬੰਧ ਥੋੜੀ ਹੁੰਦਾ ਹੈ। ਉੱਥੇ ਜਾਓ ਲਾਈਨ ਦੇ ਵਿੱਚ ਲੱਗ ਕਰਕੇ, ਸਿਰਫ ਜਾ ਕਰਕੇ ਕੋਈ ਮੂਰਤੀ ਦੇ ਦਰਸ਼ਨ ਕਰ ਲਿਓ ਤੇ ਮੱਥਾ ਟੇਕਿਆ ਕਿ ਨਹੀਂ ਟੇਕਿਆ, ਹੱਥ ਜੋੜਦੇ ਕਿ ਨਹੀਂ ਜੋੜਦੇ, ਤੁਰੰਤ ਤੁਹਾਨੂੰ ਪਾਸੇ ਕਰ ਦਿੱਤਾ ਜਾਂਦਾ। ਬਸ ਇੰਨਾ ਹੀ ਹੋ ਗਿਆ ਤੇ ਇਹਦੇ ਵਿੱਚ ਹੀ ਉਹ ਕਹਿ ਦਿੰਦਾ ਜੀ ਮੈਂ ਯਾਤਰਾ ਕਰਕੇ ਆਇਆ ਹਾਂ, ਮੈਂ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ, ਮੈਂ ਤੀਰਥਾਂ ਦੀ ਯਾਤਰਾ ਕੀਤੀ।
ਸਿਰਫ ਇੱਕ ਮੂਰਤੀ ਦੇ ਦਰਸ਼ਨ ਕਰਨਾ ਜਾਂ ਕਿਸੇ ਮੰਦਰ ਦੇ ਜਾਂ ਮਸੀਤ ਦੇ ਹੀ ਦਰਸ਼ਨ ਕਰਨਾ ਜਾਂ ਗੁਰੂ ਘਰ ਦੇ ਵਿੱਚ ਹੀ ਆ ਕਰਕੇ ਦਰਸ਼ਨ ਕਰਕੇ ਜਾਣਾ, ਇਹ ਅਸਲੀ ਦਰਸ਼ਨ ਨਹੀਂ ਹਨ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਵੀ ਜਦੋਂ ਆਪਾਂ ਆਉਂਦੇ ਆ, ਜਿਸ ਤਰ੍ਹਾਂ ਕਿ ਗੁਰੂ ਘਰ ਦੇ ਵਿੱਚ ਆਪ ਜੀ ਵੇਖੋ, ਭਾਵੇਂ ਛੋਟੇ ਤੋਂ ਛੋਟਾ ਗੁਰੂ ਕਾ ਅਸਥਾਨ ਕਿਉਂ ਨਾ ਹੋਵੇ, ਉੱਥੇ ਸਤ ਸੰਗਤ ਦਾ ਪੂਰਾ ਪਿਆਰੋ ਪ੍ਰਬੰਧ ਹੁੰਦਾ ਹੈ। ਤੇ ਫਿਰ ਸਤ ਸੰਗਤ ਦਾ ਪ੍ਰਬੰਧ ਰਾਗੀ ਸਿੰਘਾਂ ਨੂੰ ਲਾਇਆ ਜਾਂਦਾ, ਕਥਾਵਾਚਕਾਂ ਨੂੰ ਲਾਇਆ ਜਾਂਦਾ, ਜਿਹੜੇ ਚੰਗੇ ਪਾਠੀ ਜਿਹੜੇ ਹਨ ਉਹਨਾਂ ਨੂੰ ਲਾਇਆ ਜਾਂਦਾ। ਕਾਹਦੇ ਵਾਸਤੇ? ਇਹ ਸਤ ਸੰਗਤ ਦਾ ਪ੍ਰਬੰਧ ਕਰਨ ਵਾਸਤੇ ਕਿ ਜਿਹੜਾ ਵੀ ਨੇਮੀ ਪ੍ਰੇਮੀ ਸਿੱਖ ਆਵੇ ਉਹ ਘੜੀ ਦੋ ਘੜੀ ਬੈਠ ਕਰਕੇ ਗੁਰਬਾਣੀ ਦਾ ਲਾਹਾ ਲੈ ਕਰਕੇ ਜਾਵੇ। ਇਹੀ ਤਾਂ ਸਤ ਸੰਗਤ ਹੈ। ਮਹਾਰਾਜ ਨੇ ਕਿਹਾ ਜਿੱਥੇ ਇੱਕੋ ਨਾਮ ਵਖਾਨੀ ਹੈ, ਜਿੱਥੇ ਇੱਕ ਪ੍ਰਮਾਤਮਾ ਦੀ ਚਰਚਾ ਹੁੰਦੀ ਹੈ, ਪ੍ਰਮਾਤਮਾ ਦਾ ਜਸ ਹੁੰਦਾ, ਉਹੀ ਸਤ ਸੰਗਤ ਹੈ। ਆਪਾਂ ਹੁਣ ਕਥਾ ਚੱਲਦੀ ਹੈ, ਕਥਾ ਦੇ ਵਿੱਚ ਵੀ ਤਾਂ ਰੱਬ ਦਾ ਗੁਰੂਆਂ ਦਾ ਜਸ ਹੈ, ਗੁਰਬਾਣੀ ਤਾਂ ਸਾਖਸ਼ਾਤ ਜਿਹੜੀ ਹੈ ਪ੍ਰਮਾਤਮਾ ਦਾ ਜਸ ਹੈ। ਉਹੀ ਜਦੋਂ ਗੁਰਬਾਣੀ ਦਾ ਕੀਰਤਨ ਰਾਗੀ ਸਿੰਘ ਕਰਦੇ, ਇਹ ਵੀ ਪ੍ਰਮਾਤਮਾ ਦਾ ਫਿਰ ਜਸ ਹੋ ਗਿਆ। ਇਹ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਤੋਰਨੀ ਕੀਤੀ। ਸੱਚ ਜਾਣੋ ਭਾਈ, ਅੱਜ ਵੀ ਉਹ ਮਰਿਆਦਾ ਸੀਨਾ ਬਾ ਸੀਨਾ ਹਰ ਇੱਕ ਧਰਮ ਅਸਥਾਨ ਦੇ ਵਿੱਚ ਚਲੀ ਆ ਰਹੀ ਹੈ। ਜਾਂ ਜਿਨ੍ਹਾਂ ਅਸਥਾਨਾਂ ਦੇ ਵਿੱਚ ਸਤ ਸੰਗੀਆਂ ਦਾ, ਸਤ ਸੰਗਤ ਦਾ ਜ਼ਿਆਦਾ ਪ੍ਰਬੰਧ ਨਹੀਂ ਹੁੰਦਾ, ਉਹਨਾਂ ਨੂੰ ਵੀ ਚਾਹੀਦਾ ਕਿ ਭਾਈ ਵੱਧ ਤੋਂ ਵੱਧ ਸੰਗਤ ਦਾ ਪ੍ਰਬੰਧ ਕੀਤਾ ਜਾਵੇ। ਭਾਵ ਕਿ ਆਪਾਂ ਕੀ ਕਰਦੇ ਹਾਂ, ਸੰਗਤ ਵਾਸਤੇ ਰਿਹਾਇਸ਼ ਦਾ, ਲੰਗਰ ਦਾ ਤਾਂ ਪ੍ਰਬੰਧ ਕਰ ਦਿੰਦੇ, ਇਹ ਤਾਂ ਬਾਹਰੀ ਪ੍ਰਬੰਧ ਹੈ। ਲੇਕਿਨ ਅਸਲੀ ਪ੍ਰਬੰਧ ਜਿਹੜਾ ਕਥਾ ਦਾ ਪ੍ਰਵਾਹ, ਕੀਰਤਨ ਦਾ ਪ੍ਰਵਾਹ, ਗੁਰਬਾਣੀ ਦਾ ਸਿਮਰਨ ਦਾ ਪ੍ਰਵਾਹ ਤੋਰਨਾ, ਇਹ ਸਭ ਤੋਂ ਵੱਡਾ ਜਿਹੜਾ ਸਤ ਸੰਗਤ ਦਾ ਪ੍ਰਬੰਧ ਹੈ। ਇਹ ਰੀਤ ਮਹਾਰਾਜ ਜੀ ਨੇ ਆਪ ਤੋਰਨੀ ਕੀਤੀ ਤੇ ਬਾਬਾ ਲੈਣਾ ਜੀ ਨੂੰ ਉਪਦੇਸ਼ ਦਿੰਦੇ ਹਨ ਕਿ ਸਤ ਸੰਗਤ ਦਾ ਨਿਰੰਤਰ ਪ੍ਰਵਾਹ ਜਿਹੜਾ ਇਹ ਚੱਲਦੇ ਰਹਿਣਾ ਚਾਹੀਦਾ। ਭਾਉ ਭਗਤ ਕਰਨੀ ਬਿਧ ਨੀਕੀ, ਪ੍ਰੇਮਾ ਭਗਤੀ ਜੋ ਹੈ ਬਿਧ ਨੀਕੀ, ਪ੍ਰੇਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਪ੍ਰੇਮਾ ਭਗਤੀ ਕਰਨੀ ਚਾਹੀਦੀ ਹੈ। ਹਿਰਦੈ ਗਿਆਨ ਗਤ ਭੈ ਇਸ ਜੀ ਕੀ, ਇਹਦੇ ਨਾਲ ਪਰਮਾਤਮਾ ਦਾ ਜੋ ਹੈ ਬ੍ਰਹਮ ਗਿਆਨ ਦੀ ਹਿਰਦੇ ਵਿੱਚ ਪ੍ਰਾਪਤੀ ਹੋ ਜਾਂਦੀ ਹੈ। ਤੇ ਜੇ ਗਿਆਨ ਦੀ ਪ੍ਰਾਪਤੀ ਹੋ ਜਾਵੇ ਤੇ ਉਸ ਜੀਵ ਦੀ ਸਦਗਤੀ ਹੋ ਜਾਂਦੀ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਸ਼੍ਰੀ ਲਹਿਣੇ ਜੀ ਕੋ ਉਪਦੇਸ਼ ਪ੍ਰਸੰਗ ਵਰਣਨੰ ਨਾਮ 51ਵਾਂ ਅਧਿਆਇ। ਇੱਥੇ ਪਿਆਰਿਓ 51ਵਾਂ ਅਧਿਆਇ ਉਹਦੀ ਸਮਾਪਤੀ ਹੋ ਰਹੀ ਹੈ ਤੇ ਅਗਲਾ ਜੋ ਪ੍ਰਸੰਗ 52ਵਾਂ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ ਜੀ। ਦੋਹਰਾ ਕਰ ਕਾਗਜ ਨਿਜ ਹਿਰਦੇ ਕੋ ਮਸੂ ਸੁਮਤ ਬਨਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ ਉਚਾਰਨ ਕਰਦਿਆਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲਾ ਜੋ ਆਉਣ ਵਾਲਾ ਪ੍ਰਸੰਗ ਉਹਦੀ ਆਰੰਭਤਾ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਜਸ ਦਾ ਮੰਗਲਾਚਰਨ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਦਾ ਜੋ ਪਾਵਨ ਜਸ ਹੈ ਉਹਦੀ ਮਹਾਨਤਾ ਦੇ ਬਾਬਤ ਦੱਸਦੇ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਪਿਆਰਿਓ ਹੂ ਬਹੂ ਇਸ ਤਰ੍ਹਾਂ ਦੇ ਬਚਨ ਆਉਂਦੇ ਹਨ। ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਪਿਆਰਿਓ ਇਸ ਤਰ੍ਹਾਂ ਦਾ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਕਬੀਰ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਕਬੀਰ ਤੇ ਜਿਹੜਾ ਹੈ ਮਰਾਏ ਬਸ ਦਾ ਕਾਗਜ਼ ਜਾ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਕਿ ਸਾਤ ਸਮੁੰਦਰ ਮਸ ਕਰੋ, ਭਾਵ ਕਿ ਇਹ ਸੱਤ ਸਮੁੰਦਰ ਦਾ ਜੋ ਜਲ ਹੈ ਇੰਨਾ ਭਾਰੀ ਜਲ ਇਹਨੂੰ ਮੈਂ ਸ਼ਾਹੀ ਬਣਾ ਲਵਾਂ। ਕਲਮ ਕਰੋ ਬਨ ਰਾਏ, ਜਿੰਨਾ ਵੀ ਇਹ ਦਰਖਤ ਜਿੰਨੇ ਵੀ ਦਰਖਤ ਲੱਗੇ ਹੋਏ ਹਨ ਇਹਨੂੰ ਕੱਟ ਕਰਕੇ ਇਹਨੂੰ ਛਿਲ ਕਰਕੇ ਇਹਦੀ ਮੈਂ ਕਲਮ ਬਣਾ ਲਵਾਂ। ਤੇ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ, ਬਸ ਦਾ ਕਾਗਜ਼ ਜਾ ਕਰੋ, ਭਾਵ ਕਿ ਸਾਰੀ ਬਸ ਦਾ ਧਰਤੀ ਜਿਹੜੀ ਹੈ ਇਹਨੂੰ ਮੈਂ ਇੰਨਾ ਵੱਡਾ ਕਾਗਜ਼ ਬਣਾ ਲਵਾਂ। ਫਿਰ ਇਹਦੇ ਉੱਤੇ ਮੈਂ ਜੇ ਪ੍ਰਮਾਤਮਾ ਦਾ ਜਸ ਕਰਨਾ ਕਰਾਂ, ਜਸ ਲਿਖਣਾ ਕਰਾਂ ਤੇ ਹਰ ਜਸ ਲਿਖਣ ਨਾ ਜਾਏ, ਭਾਵ ਕਿ ਪ੍ਰਮਾਤਮਾ ਦਾ ਜਸ ਜਿਹੜਾ ਹੈ ਉਹ ਮੈਂ ਨਹੀਂ ਲਿਖ ਸਕਦਾ। ਇਸ ਪ੍ਰਥਾਏ ਇਸ ਪ੍ਰਪੇਖ ਦੇ ਵਿੱਚ ਕਵੀ ਰਾਜ ਜੀ ਇਹ ਮੰਗਲਾਚਰਨ ਕਰਦੇ ਹਨ
ਉਚਾਰਨ ਕਰਦੇ ਕਰ ਕਾਗਜ ਨਿਜ ਹਿਰਦੇ ਕੋ। ਕਹਿੰਦੇ ਕਿ ਮੈਨੇ ਆਪਣੇ ਹਿਰਦੇ ਨੂੰ ਕਾਗਜ਼ ਬਣਾਉਣਾ ਕੀਤਾ। ਮਸੂ ਸੁਮਤ ਬਣਾਏ, ਜੋ ਸ੍ਰੇਸ਼ਟ ਮਤ ਹੈ ਇਹਨੂੰ ਮੈਨੇ ਸਿਆਹੀ ਬਣਾਉਣਾ ਕੀਤਾ। ਸ਼੍ਰੀ ਸਤਿਗੁਰੂ ਕੋ ਜਸ ਲਿਖ ਹੈ, ਤੇ ਇਹਦੇ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਮੈਨੇ ਜਸ ਲਿਖਣਾ ਹੈ। ਤਬ ਹੈ ਪਰਮ ਗਤ ਪਾਇ, ਤਾਂ ਮੇਰੀ ਪਰਮ ਗਤੀ ਨੂੰ ਮੈਨੂੰ ਪ੍ਰਾਪਤੀ ਹੋਵੇਗੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ ਸਵਈਏ ਦੇ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕਰਨਾ ਕੀਤਾ ਕਿ ਕਾਗਦ ਦੀਪ ਸਭੈ ਕਰਕੈ ਅਰ ਸਾਤ ਸਮੁੰਦਰ ਕੀ ਮਸਕੈ ਹੋ। ਤੇ ਕਾਟ ਬਨਾਸਪਤੀ ਸਗਰੀ ਲਿਖ ਬੇਹੂ ਕੇ ਲੇਖਨ ਕਾਜ ਬਨੈ ਹੋ। ਸਾਰ ਸੁਤੀ ਬਖਤਾ ਕਰਕੈ ਕੁਟ जुग कोट गणेश के हाथ लिखै हूँ। काल कृपान बिना बिनती नह तो तुम को प्रभ नैख रजै हो। कि ऐ परमात्मा जीओ सात समुंदर नूं मैं मस बना लवा, सारी धरती नूं मैं कागज बना लवा। ते फिर गणेश जिहड़ा है बहुत वड्डा लिखारी मन्निया गया। सरस्वती परमात्मा दा जस करना करे ते करोड़ान करोड़ गणेश तो मैंने जे परमात्मा जी मैं आप जी दा जस जिहड़ा लिखना करा। काल किरपान बिना बिनती नह तो तुम को प्रभ रैक रिझै हो। तां भी जिहड़ा है मैं आप जी नूं नहीं रिझा सकदा, आप जी दा जस मैं मुकम्मल नहीं कर सकदा। कवि राजी इत्थे वर्णन करदे, इत्थे सतगुरु महाराज जी दे जस दा उन्हां ने मंगल कीता। किहा कि मैं अपने हिरदे नूं कागज बना लवां, श्रेष्ठ मत नूं मैं मसू बना लवां ते नाल सतगुरु महाराज जी दा मैं अपने हिरदे दे उत्ते जे मैं जस लिखदा हां तां मेरी परम गति हो जावेगी, मैनू मुक्ति दी प्राप्ति हो जावेगी। चौपई श्री गुरु नानक कृपा निधाना। श्री गुरु नानक देव जी महाराज जो कृपा निधान सतगुरु हन। एवं उपदेशियो तत् ज्ञान। इंज तत् ज्ञान दा उपदेश सतगुरु महाराज जी ने बाबा लैणा जी दे ताई दृढ़ करवाउणा कीता। केतिक बहुर बितायो काला। इस तरह कुछ को समा जदों बतीत होया है। ਵਹ ਲਹਿਣਾ ਭਾਉ ਵਿਸਾਲਾ। ਬਾਬਾ ਲੈਣਾ ਜੀ ਬਹੁਤ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਹਨ। ਇਹ ਨਹੀਂ ਕਿਹਾ ਕਿ ਮਹਾਰਾਜ ਮੈਨੂੰ ਤਾਂ ਹੁਣ ਪ੍ਰਾਪਤੀ ਹੋ ਗਈ ਹੈ, ਮੈਂ ਬ੍ਰਹਮ ਗਿਆਨ ਦੀ ਮੈਨੂੰ ਦਾਤ ਮਿਲ ਗਈ, ਹੁਣ ਸੇਵਾ ਕਰਨ ਦੀ ਕੋਈ ਲੋੜ ਨਹੀਂ ਹੈ, ਮੈਂ ਵੀ ਬੈਠ ਕਰਕੇ ਉਪਦੇਸ਼ ਦਵਾਂ। ਨਹੀਂ ਪਿਆਰਿਓ, ਇਹੋ ਜੀ ਭਾਵਨਾ ਗੁਰੂ ਘਰ ਦੇ ਵਿੱਚ ਨਹੀਂ ਹੁੰਦੀ ਹੈ। ਜਿੰਨੇ ਵੱਡੇ ਆਤਮਦਰਸ਼ੀ ਹੋਏ ਹਨ, ਮਹਾਂਪੁਰਖ ਬ੍ਰਹਮ ਗਿਆਨੀ ਹੋਏ ਹਨ, ਉਹਨਾਂ ਨੇ ਨਿਮਰਤਾ ਧਾਰਨ ਕਰਕੇ ਗੁਰੂ ਘਰ ਦੀਆਂ ਉਹਨਾਂ ਨੇ ਸੇਵਾਵਾਂ ਕਰਨੀਆਂ ਕੀਤੀਆਂ। ਇਸ ਤਰ੍ਹਾਂ ਬਾਬਾ ਲੈਣਾ ਜੀ ਪ੍ਰੇਮਾ ਭਗਤੀ ਨੂੰ ਧਾਰਨ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਨ। ਜਿਉ ਤਰ ਸ਼ਾਖ ਨਿਵੈ ਫਲ ਪਾਈ। ਕਵੀ ਰਾਜੀ ਬਹੁਤ ਪਿਆਰਾ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਕਿ ਜਦੋਂ ਫਲਦਾਰ ਦਰਖਤ ਨੂੰ ਜਦੋਂ ਫਲ ਲੱਗ ਜਾਂਦੇ, ਉਹ ਫਲਦਾਰ ਦਰਖਤ ਜਿਹੜਾ ਪਿਆਰਿਓ ਝੁਕ ਜਾਂਦਾ, ਉਹ ਨੀਵਾ ਹੋ ਜਾਂਦਾ ਹੈ। ਇਸ ਕਰਕੇ ਆਪ ਜੀ ਦੇਖਣਾ ਕਰੋ, ਜਿੰਨੇ ਵੀ ਫਲਦਾਰ ਦੇਸ ਹੋ ਜਾਂਦੇ, ਖੁਦ ਅਬਾ ਖੁਦ ਉਹਦੀਆਂ ਟਹਿਣੀਆਂ ਸ਼ਾਖਾਵਾਂ ਜਿਹੜੀਆਂ ਧਰਤੀ ਦੇ ਵੱਲ ਝੁਕ ਜਾਂਦੀਆਂ, ਇਹ ਉਹਨਾਂ ਦੀ ਵਡਿਆਈ ਹੁੰਦੀ ਹੈ। ਇਸ ਤਰ੍ਹਾਂ ਹੀ ਜਿਨ੍ਹਾਂ ਨੂੰ ਅਸਲ ਦੇ ਵਿੱਚ ਫਲ ਦੀ ਪ੍ਰਾਪਤੀ ਹੋ ਜਾਵੇ, ਭਾਵ ਕਿ ਜਿਹਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਵੇ, ਜਿਨ੍ਹਾਂ ਨੂੰ ਸੇਵਾ ਸਿਮਰਨ ਦਾ ਮਹਾਤਮ ਦੀ ਪ੍ਰਾਪਤੀ ਹੋ ਜਾਵੇ, ਇਹ ਸਭ ਤੋਂ ਵੱਡੀ ਪਰਖ ਹੈ। ਉਹ ਫਿਰ ਆਕੜੇ ਨਹੀਂ ਰਹਿੰਦੇ ਹਨ, ਉਹ ਉੱਚੇ ਨਹੀਂ ਹੋ ਜਾਂਦੇ ਹਨ, ਉਹ ਫਿਰ ਨੀਵੇਂ ਹੋ ਜਾਂਦੇ। ਇਹੀ ਤਾਂ ਪਿਆਰਿਓ ਪਰਖ ਹੈ ਕਿ ਭਾਈ ਇਹ ਫਲਦਾਰ ਦਰਖਤ ਹੈ ਕਿਉਂਕਿ ਇਹ ਨੀਵਾ ਹੋ ਗਿਆ। ਤੇ ਫਿਰ ਜਿਨ੍ਹਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਵੇ, ਜਾਂ ਜਿਨ੍ਹਾਂ ਨੂੰ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੋ ਜਾਵੇ, ਫਿਰ ਜਦੋਂ ਆਪਾਂ ਤੱਕਦੇ ਹਾਂ ਇਹਨਾਂ ਦੇ ਅੰਦਰ ਨਿਮਰਤਾ ਹੈ, ਸ਼ਰਧਾ ਭਾਵਨਾ ਦੇ ਨਾਲ ਉਹ ਝੁਕੇ ਹੋਏ ਹਨ, ਤਾਂ ਜਾਣਨਾ ਕਰੋ ਕਿ ਸੱਚ ਇਹਨਾਂ ਨੂੰ ਫਲ ਦੀ ਪ੍ਰਾਪਤੀ ਹੋਈ ਹੈ। ਤੈਸੀ ਗਤ ਲਹਿਣੇ ਠਹਿਰਾਈ। ਇਸ ਤਰ੍ਹਾਂ ਹੀ ਬਾਬਾ ਲੈਣਾ ਜੀ ਨੇ ਆਪਣੀ ਗਤ ਨੂੰ ਠਹਿਰਾਉਣਾ ਕੀਤਾ।
ਇੰਨਾ ਗਿਆਨ ਸਾਰੇ ਸ਼ਕਤੀਆਂ ਦੀ ਪ੍ਰਾਪਤੀ ਹੋਣ ਦੇ ਬਾਵਜੂਦ ਵੀ ਨਿਮਰਤਾ ਧਾਰਨ ਕਰਕੇ ਤੇ ਨਿਵ ਕਰਕੇ ਰਹਿੰਦੇ ਹਨ, ਨਿਵ ਕਰਕੇ ਚੱਲਦੇ ਹਨ। ਦੇਖ ਨਿਮਰਤਾ ਪਰਮ ਘਨੇਰੀ, ਉਹਨਾਂ ਦੀ ਪਰਮ ਨਿਮਰਤਾ ਨੂੰ ਵੇਖ ਕਰਕੇ ਦਿਨ ਪ੍ਰਤ ਕਿਰਪਾ ਸਵਾਏ ਬਧੇਰੀ। ਸਤਿਗੁਰੂ ਮਹਾਰਾਜ ਜੀ ਦਿਨ ਪ੍ਰਤੀ ਦਿਨ ਆਪਣੀ ਕਿਰਪਾ ਸਵਾਈ ਕਰਦੇ ਹਨ। ਆਪਣੀ ਕਿਰਪਾ ਦੀ ਮਹਾਰਾਜ ਉਹਨਾਂ ਦੇ ਉੱਤੇ ਬਹੁਤ ਜ਼ਿਆਦੀ ਬਖਸ਼ੀਸ਼ ਕਰ ਰਹੇ ਹਨ। ਅਜਰ ਜਰਨ ਲੱਛਣ ਪਹਿਚਾਨਾ, ਮਹਾਰਾਜ ਜੀ ਨੇ ਵੇਖ ਲਿਆ ਕਿ ਇਹਨਾਂ ਦੇ ਅੰਦਰ ਅਜਰ ਸ਼ਕਤੀ ਨੂੰ ਜਰ ਕਰਕੇ ਰੱਖਣ ਦੇ ਲੱਛਣ ਨੂੰ ਜਦੋਂ ਮਹਾਰਾਜ ਜੀ ਨੇ ਪਹਿਚਾਨਣਾ ਕੀਤਾ। ਅਧਿਕ ਪ੍ਰਸਿੱਧ ਸ਼੍ਰੀ ਗਤਦਾਨਾ, ਗਤੀ ਦਾਨ ਭਾਵ ਕੇ ਮੁਕਤੀ ਦਾਤੇ ਸਤਿਗੁਰੂ ਮਹਾਰਾਜ ਇਹ ਸੁਭ ਲੱਖਣ ਵੇਖ ਕਰਕੇ ਬਾਬਾ ਲਹਿਣਾ ਜੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਸਿਆਣੇ ਕਹਿੰਦੇ ਨਾ ਪਿਆਰਿਓ ਕਿ ਮਾਇਆ ਦੀ ਪ੍ਰਾਪਤੀ ਕਰਨੀ ਜ਼ਿਆਦਾ ਔਖਾ ਨਹੀਂ ਹੈ। ਮਾਇਆ ਜੇ ਮਿਲ ਜਾਵੇ ਤੇ ਉਹਨੂੰ ਸਾਂਭ ਕੇ ਰੱਖਣਾ ਇਹ ਸਭ ਤੋਂ ਵੱਡਾ ਗੁਣ ਹੈ। ਕਿਸੇ ਪਦ ਦੀ ਪ੍ਰਾਪਤੀ ਕਰਨੀ ਕਈ ਵਾਰੀ ਜ਼ਿਆਦਾ ਔਖਾ ਨਹੀਂ ਹੁੰਦਾ। ਕਈ ਵਾਰੀ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਲੇਕਿਨ ਉਸ ਪਦ ਦੀ ਗਰਿਮਾ ਨੂੰ ਸਾਂਭ ਕਰਕੇ ਰੱਖਣਾ ਇਹ ਪਿਆਰਿਓ ਬਹੁਤ ਕਠਿਨ ਹੁੰਦਾ। ਤੇ ਸ਼ਕਤੀ ਦੀ ਪ੍ਰਾਪਤੀ ਕਰਨੀ ਇਹ ਜ਼ਿਆਦਾ ਜਿਹੜਾ ਦੁਸ਼ਤਰ ਨਹੀਂ ਹੁੰਦਾ। ਕੁਝ ਸਾਧਨਾਵਾਂ ਕਰਕੇ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਲੇਕਿਨ ਉਹ ਅਜਰ ਸ਼ਕਤੀ ਨੂੰ ਜਰ ਕਰਕੇ ਰੱਖਣਾ ਇਹ ਸਭ ਤੋਂ ਵੱਡੀ ਦਾਤ ਹੈ। ਸਭ ਤੋਂ ਵੱਡਾ ਪਿਆਰਿਓ ਇਹ ਵਿਲੱਖਣਤਾ ਹੈ। ਆਮ ਆਪਾਂ ਤੱਕਦੇ ਹਾਂ ਕਈ ਜਿਹੜੇ ਭਿਖਾਰੀ ਹੁੰਦੇ ਸਾਰੀ ਜ਼ਿੰਦਗੀ ਭੀਖ ਮੰਗ ਕਰਕੇ ਬਤੀਤ ਕਰ ਦਿੰਦੇ ਹਨ। ਚਾਰ ਦਮੜੇ ਵੀ ਉਹਨਾਂ ਦੇ ਕੋਲ ਆ ਜਾਵੇ ਤੇ ਉਹ ਭਿਖਾਰੀ ਦਾ ਵੀ ਅਹੰਕਾਰ ਸਿਰ ਚੜ ਕੇ ਬੋਲਦਾ ਹੈ। ਇਹੀ ਤਾਂ ਗੱਲ ਹੈ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਸਤਿਗੁਰੂ ਮਹਾਰਾਜ ਜੀ ਨੇ ਅਜਰ ਸ਼ਕਤੀ ਨੂੰ ਜਰ ਕਰਕੇ ਰੱਖਣਾ ਕੀਤਾ। ਇਹ ਵੇਖ ਕਰਕੇ ਸਤਿਗੁਰੂ ਮਹਾਰਾਜ ਔਰ ਜ਼ਿਆਦਾ ਪ੍ਰਸੰਨਤਾ ਕਰ ਰਹੇ ਹਨ। ਇਸ ਬਿਦ ਕੋ ਰੁਖ ਜੋ ਗੁਰ ਕੇਰਾ, ਸਤਿਗੁਰੂ ਮਹਾਰਾਜ ਜੀ ਦਾ ਇਸ ਤਰ੍ਹਾਂ ਪ੍ਰੇਮ ਦਾ ਰੁਖ ਉਹਨਾਂ ਦੇ ਵੱਲ ਵੇਖ ਕਰਕੇ ਦਿਨ ਪ੍ਰਤ ਬਧੈ ਸਰਬ ਨੈ ਹੇਰਾ। ਸਾਰਿਆਂ ਨੇ ਵੇਖਣਾ ਕੀਤਾ, ਜਿੰਨੀ ਵੀ ਸੰਗਤ ਜਿਹੜੀ ਹੈ ਉਹ ਤੱਕਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਦਾ ਰੁਖ, ਸਤਿਗੁਰੂ ਮਹਾਰਾਜ ਜੀ ਦਾ ਬਾਬਾ ਲੈਣਾ ਵਿਲ ਜ਼ਿਆਦਾ ਝੁਕਾਅ ਹੋ ਰਿਹਾ ਹੈ। ਮਿਲਹਿ ਪਰਸਪਰ ਕਹਿ ਬਨਾਈ, ਆਪਸ ਦੇ ਵਿੱਚ ਜਦੋਂ ਵੀ ਮਿਲਦੇ ਹਨ ਤਾਂ ਇਹ ਕਰਦੇ ਸ੍ਰੀ ਲਹਿਣੇ ਪਰ ਕਿਰਪਾ ਸਵਾਈ। ਜਦੋਂ ਵੀ ਕੋਈ ਆ ਜਾਵੇ ਮਹਾਰਾਜ ਜੀ ਦੇ ਕੋਲ ਤੇ ਸਤਿਗੁਰੂ ਮਹਾਰਾਜ ਇਹੀ ਬਚਨ ਕਰਦੇ ਕਿ ਬਾਬੇ ਲਹਿਣੇ ਦੇ ਉੱਤੇ ਕਿਰਪਾ ਬਹੁਤ ਜ਼ਿਆਦੀ ਹੈ ਸਾਡੀ। ਅਨੁਮਾਨ ਹੈ ਤੇ ਪਰੈ ਲਖਾਈ, ਇਹ ਕੋਈ ਅਨੁਮਾਨ ਲਾ ਕਰਕੇ ਕਹਿ ਨਹੀਂ ਸਕਦਾ ਕਿ ਮਹਾਰਾਜ ਜੀ ਦੀ ਕਿੰਨੀ ਜ਼ਿਆਦੀ ਕਿਰਪਾ ਹੈ। ਇਹ ਅਨੁਮਾਨ ਤੋਂ ਪਰੇ ਦੀ ਗੱਲ ਹੈ। ਆਪਣੋ ਤਖਤ ਦੇਹ ਤੇ ਤਾਈ, ਸੰਗਤਾਂ ਜਿਹੜੀਆਂ ਹਨ ਹੁਣ ਉਹਨਾਂ ਦੇ ਵਿੱਚ ਚਰਚਾ ਛਿੜ ਗਈ ਹੈ। ਆਪਸ ਦੇ ਵਿੱਚ ਚਰਚਾ ਕਰਦੇ ਕੋਈ ਕਹਿੰਦਾ ਦੇਖੋ ਸਤਿਗੁਰੂ ਮਹਾਰਾਜ ਬਾਬਾ ਲਹਿਣਾ ਜੀ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹਨ। ਲੱਗਦਾ ਮਹਾਰਾਜ ਜੀ ਨੇ ਜਗਤ ਗੁਰੂ ਦੀ ਗੁਰਿਆਈ ਜਿਹੜੀ ਹੈ ਬਾਬਾ ਲਹਿਣਾ ਜੀ ਨੂੰ ਦੇ ਦੇਣੀ। ਇਨਹਿ ਦੇ ਕਛੂ ਨਹਿ ਪਰਵਾਸੰ, ਉਹ ਕਹਿੰਦੇ ਕਿ ਸਾਨੂੰ ਤਾਂ ਪਰਵਾਸਾ ਵਿਸ਼ਵਾਸ ਨਹੀਂ ਹੁੰਦਾ ਕਿ ਮਹਾਰਾਜ ਇਹ ਗੁਰਿਆਈ ਜਿਹੜੀ ਹੈ ਬਾਬਾ ਸ਼੍ਰੀ ਚੰਦ ਨੂੰ ਜਾਂ ਬਾਬਾ ਲਖਮੀ ਦਾਸ ਨੂੰ ਦੇਣਗੇ। ਉਹ ਇਹੀ ਕਹਿੰਦੇ ਕਿ ਸਾਨੂੰ ਤਾਂ ਆਈ ਲੱਗਦਾ ਕਿ ਸਤਿਗੁਰੂ ਮਹਾਰਾਜ ਜੀ ਨੇ ਇਹ ਗੁਰਿਆਈ ਦਾ ਟੀਕਾ ਜਿਹੜਾ ਹੈ ਰਸਮ ਬਾਬਾ ਲਹਿਣਾ ਜੀ ਦੇ ਤਾਈ ਨਿਭਾਉਣੀ ਹੈ। ਇਸ ਪ੍ਰਕਾਰ ਸ਼ੋਹਰਤ ਭਈ ਸਾਰੇ, ਇਸ ਤਰ੍ਹਾਂ ਸਤਿਗੁਰੂ ਬਾਬਾ ਲਹਿਣਾ ਜੀ ਦੀ ਸ਼ੋਹਰਤ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚ ਗੁਰੂ ਘਰ ਦੇ ਵਿੱਚ ਹੋ ਰਹੀ। ਬੈਠੇ ਆਪਹ ਬੀਚ ਉਚਾਰੇ, ਜਦੋਂ ਵੀ ਗੁਰੂ ਕੇ ਸਿੱਖ ਬਹਿੰਦੇ ਹਨ ਸਤਿਗੁਰੂ ਮਹਾਰਾਜ ਜੀ ਦਾ ਜਸ ਉਚਾਰਨ ਕਰਦੇ। ਸਿੱਖੀ ਪਰਖੀ ਜਬਹਿ ਕਿਰਪਾਲਾ, ਸਾਰੇ ਕਹਿੰਦੇ ਕਿ ਦੇਖੋ ਭਾਈ ਕਿਰਪਾਲੂ ਮਹਾਰਾਜ ਜੀ ਨੇ ਜਦੋਂ ਸਿੱਖੀ ਦੀ ਪਰਖ ਕਰਨੀ ਕੀਤੀ ਨਿਸ਼ਚਲ ਰਹਿਓ ਸਰਬ ਹੀ ਕਾਲਾ। ਬਾਕੀ ਸਾਰੇ ਤਾਂ ਦੌੜ ਗਏ ਭੱਜ ਗਏ, ਇਹਨਾਂ ਸਾਰਿਆਂ ਦੇ ਵਿੱਚ ਇੱਕ ਬਾਬਾ ਲਹਿਣਾ ਜੀ ਅਚਲ ਨਿਸ਼ਚਲ ਬਣ ਕਰਕੇ ਰਹੇ ਹਨ। ਜਾਂ ਤੇ ਦੇਨ ਨਿਆਏ ਹੈ ਤਾਂ ਇਸ ਕਰਕੇ ਇਹ ਨਿਆਏ ਵੀ ਬਣਦਾ ਹੈ। ਜਿਸ ਤਰ੍ਹਾਂ ਕੇ ਪਿਆਰਿਓ ਜਦੋਂ ਆਪਾਂ ਪ੍ਰੀਖਿਆ ਲੈਂਦੇ ਆ, ਜਦੋਂ ਆਪ ਦੀ ਕਿਹਦੀ ਪ੍ਰੀਖਿਆ ਲਿਓ, ਪ੍ਰੀਖਿਆ ਦੇ ਵਿੱਚ ਜਿਹੜਾ ਅਵਲ ਦਰਜੇ ਦੇ ਵਿੱਚ ਪਾਸ ਹੋ ਜਾਂਦਾ, ਜਿਹੜਾ ਅਵਲ ਦਰਜੇ ਦੇ ਵਿੱਚ ਉਤੀਰਨ ਹੋ ਜਾਂਦਾ, ਫਿਰ ਨਿਆਏ ਵੀ ਇਹੀ ਕਹਿੰਦਾ ਕਿ ਭਾਈ ਇਹ ਸਭ ਤੋਂ ਪਹਿਲਾਂ ਇਹਦਾ ਹੱਕ ਬਣਦਾ।
ਫਿਰ ਉਹਦਾ ਹੱਕ ਨਹੀਂ ਮਾਰਨਾ ਚਾਹੀਦਾ। ਉਹਦਾ ਹੱਕ ਮਾਰੋਗੇ ਤੇ ਸਭ ਤੋਂ ਵੱਡਾ ਪਾਪ ਹੈ, ਕਿਉਂਕਿ ਜਿਹੜਾ ਬੰਦੇ ਦੀ ਲਿਆਕਤ ਹੋਵੇ, ਜਿਹੜਾ ਪੜ੍ਹ ਲਿਖ ਕਰਕੇ ਮਿਹਨਤ ਮੁਸ਼ੱਕਤ ਕਰਕੇ ਜਿੰਨਾ ਤੁਸਾਂ ਨੇ ਪ੍ਰੀਖਿਆ ਲੈਣੀ ਕੀਤੀ ਹੈ, ਪਰਚੇ ਪਾਉਣੇ ਕੀਤੇ, ਉਹਦੇ ਵਿੱਚ ਜਿਹੜਾ ਪਾਸ ਹੋ ਜਾਵੇ ਤੇ ਨਿਆਏ ਵੀ ਇਹੀ ਕਹਿੰਦਾ ਕਿ ਭਾਈ ਵਡਿਆਈ ਉਹਨੂੰ ਪ੍ਰਾਪਤ ਹੋਣੀ ਚਾਹੀਦੀ ਹੈ, ਉਹਦਾ ਸਭ ਤੋਂ ਜ਼ਿਆਦਾ ਸਤਿਕਾਰ ਹੋਣਾ ਚਾਹੀਦਾ, ਇਹ ਨਿਆਏ ਕਹਿੰਦਾ। ਇਹ ਨਹੀਂ ਹੈ। ਲੇਕਿਨ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕੋਈ ਬੰਦਾ ਜਿਹੜਾ ਪ੍ਰੀਖਿਆ ਦੇਵੇ, ਅਵਲ ਦਰਜੇ ਦੇ ਵਿੱਚ ਜਿਹੜਾ ਪਾਸ ਹੋ ਜਾਂਦਾ, ਫਿਰ ਉਹਨੂੰ ਹਟਾ ਕਰਕੇ ਕਿ ਐਵੇਂ ਕੋਈ ਜਿਹੜਾ ਇੱਕਦਮ ਫੇਲ ਗਿਆ ਬੀਤਾ ਜਿਹੜਾ ਕੋਈ ਬੰਦਾ, ਉਹਨੂੰ ਲਿਆ ਕਰਕੇ ਸਰੋਪਾ ਪਾ ਦਿਓ, ਉਹਦਾ ਸਨਮਾਨ ਕਰੋ, ਤੇ ਲੋਕ ਵੀ ਕਹਿੰਦੇ ਕਿ ਭਾਈ ਇੱਥੇ ਬਹੁਤ ਵੱਡਾ ਅਨਿਆਏ ਹੋਇਆ, ਆ ਫਲਾਣੇ ਵਿਅਕਤੀ ਦੇ ਨਾਲ ਤਾਂ ਬਹੁਤ ਵੱਡਾ ਅਨਿਆਏ ਹੋਇਆ, ਇਹਦੇ ਨਾਲ ਇਹਨਾਂ ਨੇ ਨਿਆਂ ਨਹੀਂ ਕਰਨਾ ਕੀਤਾ, ਕਿਉਂਕਿ ਹੱਕਦਾਰ ਤਾਂ ਇਹ ਸੀ ਸਨਮਾਨ ਦਾ, ਤੇ ਲੇਕਿਨ ਇਹਦਾ ਹੱਕ ਮਾਰ ਕਰਕੇ ਦੂਜੇ ਨੂੰ ਦੇ ਦਿੱਤਾ ਗਿਆ। ਆਮ ਸੰਗਤਾਂ ਵੀ ਕਹਿੰਦੀਆਂ ਕਿ ਭਾਈ ਇਹ ਤਾਂ ਮਹਾਰਾਜ ਜੀ ਦਾ ਹੱਕ ਬਣਦਾ, ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹ ਨਿਆਏ ਦੀ ਗੱਲ ਹੋਵੇਗੀ। ਅਚਰਜ ਕਿਛ ਨਾ ਲਖਹੁ ਮਨ ਮਾਹੀ। ਸਾਰੇ ਕਹਿੰਦੇ ਕਿ ਹੁਣ ਤਾਂ ਕੋਈ ਅਚਰਜਤਾ ਵਾਲੀ ਗੱਲ ਹੀ ਨਹੀਂ ਹੈ, ਕਿਉਂਕਿ ਹਰ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਪਰਖ ਕਰਨੀ ਕੀਤੀ। ਮਹਾਰਾਜ ਜੀ ਨੇ ਕਿਹਾ ਨਾ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕੀਓਨ, ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ, ਆਪਣੇ ਸਿੱਖਾਂ ਨੂੰ, ਪੁੱਤਰਾਂ ਨੂੰ ਵੀ ਘੋਖਣਾ ਕੀਤਾ, ਭਾਵ ਕਿ ਉਹਨਾਂ ਦੀ ਪੜਚੋਲਣਾ ਕਰਨੀ ਕੀਤੀ। ਸਭ ਉਮਤ ਵੇਖੋ ਜੇ ਕੀਓਨ, ਸਾਰੀ ਉਮਤ ਦੇ ਸਾਹਮਣੇ, ਸਾਰੀ ਸੰਗਤ ਦੇ ਸਾਹਮਣੇ ਪਰਚਾ ਪਾਇਆ। ਮਹਾਰਾਜ ਜੀ ਨੇ ਪ੍ਰੀਖਿਆ ਲੈਣੀ ਕੀਤੀ। ਜਦੋਂ ਮਹਾਰਾਜ ਜੀ ਨੇ ਸੌਦਾ ਲਾਇਆ ਨਾ, ਜਦੋਂ ਪਰਖ ਲਈ ਹੈ ਇਹਦੇ ਵਿੱਚ, ਜਾਂ ਸੁਧੋਸਤਾ ਲੈਣਾ ਟਿਕਿਓ ਨਾ, ਇਹਦੇ ਵਿੱਚ ਬਾਬਾ ਲੈਣਾ ਜੀ ਇੱਕ ਸਾਬਤ ਸੂਰਤ ਟਿਕੇ, ਬਾਕੀ ਸਾਰੇ ਦੌੜ ਗਏ, ਉਹਨਾਂ ਦੀ ਸ਼ਰਧਾ ਭਾਵਨਾ ਟੁੱਟ ਗਈ ਸੀ। ਸੁਣੀ ਸੁਲਖਣੀ ਸੁਧ ਅਸ ਕਾਨ। ਇਹ ਬਚਨ, ਇਹ ਸੁਧ ਦਾ, ਇਹਦਾ ਖਬਰ ਜਦੋਂ ਮਾਤ ਸੁਲਖਣੀ ਜੀ ਨੂੰ ਪ੍ਰਾਪਤ ਹੋਇਆ, ਹਿਰਦੇ ਉਪਜਿਓ ਖੂਬ ਮਹਾਨ। ਕਿਉਂਕਿ ਕਿਉਂ ਨਾ ਹੋਵੇ ਭਾਈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਧਰਮ ਸਪਤਨੀ ਹਨ, ਤੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਇਹਨਾਂ ਦੇ ਬੱਚੇ। ਕੋਈ ਵੀ ਮਾਂ ਜਿਹੜੀ ਹੈ ਪਿਆਰਿਓ, ਉਹਨੂੰ ਬੱਚਿਆਂ ਦੇ ਨਾਲ ਮੋਹ ਹੁੰਦਾ, ਪ੍ਰੇਮ ਹੁੰਦਾ। ਮਾਂ ਇਹੀ ਚਾਹੁੰਦੀ ਹੈ ਕਿ ਪਿਓ ਦਾ ਪੂਰਾ ਹੱਕ ਜਿਹੜਾ ਉਹਦੇ ਬੱਚਿਆਂ ਨੂੰ ਪ੍ਰਾਪਤ ਹੋਵੇ। ਲੇਕਿਨ ਜਦੋਂ ਇਸ ਗੱਲ ਦਾ ਪਤਾ ਲੱਗਿਆ ਮਾਤਾ ਜੀ ਨੂੰ ਕਿ ਸਤਿਗੁਰੂ ਮਹਾਰਾਜ ਜੀ ਦਾ ਰੁਝਾਨ ਬਾਬਾ ਲੈਣਾ ਵੱਲ ਜ਼ਿਆਦਾ ਹੋ ਰਿਹਾ ਹੈ, ਲੱਗਦਾ ਗੁਰਤਾ ਗੱਦੀ ਬਾਬਾ ਲੈਣਾ ਜੀ ਨੂੰ ਦੇ ਦੇਣੀ ਹੈ, ਸਾਡੇ ਬੱਚੇ ਖਾਲੀ ਰਹਿ ਜਾਣਗੇ, ਦੇ ਕੋਲ ਆ ਗਏ। ਜਹ ਧਰਮਸਾਲ ਹੁਤੂ ਜਗ ਸਾਈ। ਜਿੱਥੇ ਧਰਮਸਾਲ ਦੇ ਵਿੱਚ ਜਗਤ ਦੇ ਮਾਲਕ ਬੈਠੇ ਹੋਏ ਹਨ, ਵੈ ਸੁਤ ਬੈਠੇ ਤਹਾਂ ਸਮੀਪ। ਨਾਲ ਸਤ ਸੰਗਤ ਦੇ ਵਿੱਚ, ਧਰਮਸਾਲ ਦੇ ਵਿੱਚ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਵੀ ਬੈਠੇ ਹੋਏ। ਸੇਵਹਿ ਪਦ ਤੇਹਣ ਕੁਲ ਦੀਪ। ਲੇਕਿਨ ਇਹਨਾਂ ਸਾਰਿਆਂ ਦੇ ਬਾਵਜੂਦ ਬਾਬਾ ਲੈਣਾ ਜੀ ਤ੍ਰੇਹਣ ਕੁਲਦੀਪ ਸਤਿਗੁਰੂ ਮਹਾਰਾਜ ਜੀ ਦੀ ਉਹ ਸੇਵਾ ਕਰ ਰਹੇ। ਔਰ ਸਿੱਖ ਕੇਤਿਕ ਨਿਜ ਕਾਨੇ। ਔਰ ਵੀ ਅਣਗਿਣਤ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਹਾਜ਼ਰ ਸਨ। ਤਹਿ ਚਲ ਆਈ ਮਨ ਮੁਰਝਾਨੇ। ਇਸ ਤਰ੍ਹਾਂ ਸਤ ਸੰਗਤ ਦੇ ਵਿੱਚ ਮਾਤ ਸੁਲਖਣੀ ਜੀ ਚੱਲ ਕਰਕੇ ਆਏ, ਜਿਨ੍ਹਾਂ ਦਾ ਮਨ ਜਿਹੜਾ ਮੁਰਝਾਇਆ ਹੋਇਆ ਹੈ। ਬੈਠ ਸਮੀਪ ਕਹੀ ਅਸਬਾਨੀ। ਉਹਨਾਂ ਦੇ ਲਾਗੇ ਬੈਠ ਕਰਕੇ, ਮਹਾਰਾਜ ਜੀ ਦੇ ਕੋਲ ਬੈਠ ਕਰਕੇ ਮਾਤ ਜੀ ਨੇ ਬਚਨ ਕਰਨਾ ਕੀਤਾ। ਸੁਨ ਸ਼੍ਰੀ ਚੰਦ ਪਿਤਾ ਗੁਣ ਖਾਨੀ। ਤੇ ਬਚਨ ਕਰਨਾ ਕੀਤਾ, ਕਿਉਂਕਿ ਪਿਆਰਿਓ ਇਹ ਸਾਡੀ ਸੰਸਕ੍ਰਿਤੀ ਸੀ, ਇਹ ਸਾਡੀ ਮਰਿਆਦਾ ਸੀ ਕਿ ਕੋਈ ਵੀ ਧਰਮ ਸਪਤਨੀ ਜਿਹੜੀ ਆ ਪਤਨੀ ਆਪਣੇ ਪਤੀ ਦਾ ਨਾਮ ਨਹੀਂ ਲਿਆ ਕਰਦੀ ਸੀ। ਇਸ ਕਰਕੇ ਕਈ ਵਾਰੀ ਅੱਜ ਵੀ ਆਪ ਜੀ ਦੇਖੋ ਤੇ ਕਈ ਵਾਰੀ ਕਈ ਪਤਨੀਆਂ ਜਿਹੜੀਆਂ ਹਨ ਜਿਨ੍ਹਾਂ ਨੂੰ ਇਹ ਮਰਿਆਦਾ ਦਾ ਪਤਾ ਹੈ, ਉਹ ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਲੈਂਦੀਆਂ ਜੀ ਕਰਕੇ ਜਾਂ ਔਰ ਸ਼ਬਦਾਂ ਦੇ ਨਾਲ। ਲੇਕਿਨ ਜ਼ਿਆਦਾ ਕਰਕੇ ਆਪਨੇ ਵੇਖਿਆ ਹੋਵੇਗਾ ਕਈ ਅੱਜ ਵੀ ਬਜ਼ੁਰਗ ਮਾਈਆਂ ਜਿਹੜੀਆਂ ਜਿਨ੍ਹਾਂ ਨੂੰ ਇਹ ਮਰਿਆਦਾ ਦਾ ਪਤਾ, ਜੋ ਆਪਣੇ ਭੈ ਭਗਤੀ ਦੇ ਵਿੱਚ ਭਾਵਨਾ ਦੇ ਵਿੱਚ ਜੋ ਰਹਿੰਦੀਆਂ, ਅੱਜ ਵੀ ਆਪ ਜੀ ਦੇਖੋ ਤੇ ਉਹ ਜਦੋਂ ਵੀ ਆਪਣੇ ਪਤੀ ਨੂੰ ਸੰਬੋਧਨ ਕਰਨਾ ਤੇ ਫਿਰ ਪਹਿਲੇ ਆਪਣੇ ਬੱਚੇ ਦਾ ਨਾਮ ਲੈ ਕਰਕੇ ਫਲਾਣੇ ਦੇ ਪਿਤਾ ਜੀ ਕਰਕੇ, ਫਲਾਣੇ ਦੇ ਬਾਪੂ, ਬੱਚੇ ਦੇ ਬਾਪੂ,
ਇਸ ਤਰ੍ਹਾਂ ਨਾਮ ਲੈ ਕਰਕੇ ਸੰਬੋਧਨ ਕਰਦੇ ਸਨ। ਇਹ ਪਿਆਰਿਓ ਬਹੁਤ ਜ਼ਿਆਦਾ ਅਪਸ਼ਗਨ ਜਾਂ ਅਪਸ਼ਬਦ ਮੰਨਿਆ ਜਾਂਦਾ ਕਿ ਕੋਈ ਪਤਨੀ ਜਿਹੜੀ ਹੈ ਆਪਣੇ ਪਤੀ ਦਾ ਨਾਮ ਲੈ ਲਵੇ ਕਰਕੇ। ਜੇ ਨਾਮ ਵੀ ਕਦੇ ਵਰਤਣਾ ਹੋਵੇ ਤੇ ਬਹੁਤ ਸਤਿਕਾਰ ਦੇ ਨਾਲ, ਲੇਕਿਨ ਅੱਜ ਕੱਲ ਆਪਾਂ ਵੇਖਦੇ ਹਾਂ ਤੇ ਇਹਨਾਂ ਨੂੰ ਵੀ ਕਈਆਂ ਨੇ ਫਿਰ ਕਹਿ ਦਿੱਤਾ ਜੀ ਇਹ ਰੂੜੀਵਾਦੀ ਹੈ। ਕਈ ਵਾਰੀ ਆਪਾਂ ਜ਼ਿਆਦਾਤਰ ਤੇ ਅੱਜ ਅਜੋਕੇ ਜ਼ਮਾਨੇ ਦੇ ਵਿੱਚ ਵੇਖਦੇ ਹਾਂ ਕੋਈ ਸਤਿਕਾਰ ਨਹੀਂ ਹੈ। ਪਤਨੀਆਂ ਜਿਹੜੀਆਂ ਸਿੱਧਾ ਆਪਣੇ ਪਤੀ ਦਾ ਨਾਮ, ਕਈ ਵਾਰੀ ਤਾਂ ਟੇੜਾ ਮੇੜਾ ਜਾਂ ਨਾਮ ਲੈ ਕਰਕੇ, ਨਿੱਕਾ ਜਿਹਾ ਨਾਮ ਲੈ ਕਰਕੇ ਉਹਨੂੰ ਸੰਬੋਧਨ ਕਰਨਾ। ਇਹ ਪਿਆਰਿਓ ਬੇਸ਼ੱਕ ਅੱਜ ਤਾਂ ਚੱਲ ਰਿਹਾ, ਅੱਜ ਕੱਲ ਦੀ ਤਾਂ ਇਹ ਫੈਸ਼ਨ ਦਾ ਦੌਰ ਬਣ ਗਿਆ ਹੈ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੋਇਆ ਕਰਦਾ ਸੀ। ਤੇ ਮਾਤ ਜੀ ਵੀ ਜਦੋਂ ਆਏ ਤੇ ਉਹਨਾਂ ਨੇ ਆ ਕਰਕੇ ਕੀ ਬਚਨ ਕਰਨਾ ਕੀਤਾ ਕਿ ਬਾਬਾ ਸ਼੍ਰੀ ਚੰਦ ਦੇ ਪਿਤਾ ਜੀ, ਹੇ ਗੁਨਾ ਦੀ ਖਾਨ ਸਤਿਗੁਰੂ ਜੀਓ, ਕਿਉਂ ਵਿਪਰੀਤ ਆਪ ਮਨ ਠਾਨੀ। ਆਪਨੇ ਇਹ ਵਿਪਰੀਤ ਪੁੱਠਾ ਕੰਮ ਕਰਨਾ ਕਿਉਂ ਆਪਨੇ ਮਨ ਵਿੱਚ ਠਾਨਣਾ ਕੀਤਾ। ਕਰਹੁ ਰੀਤ ਜਗ ਪਰਮ ਸੁਹਾਨੀ। ਜੋ ਰੀਤ ਸੰਸਾਰ ਦੇ ਵਿੱਚ ਸਾਰਿਆਂ ਦੇ ਵਾਸਤੇ ਸੁਹਾਵਣੀ ਹੋਵੇ, ਜੋ ਮਰਿਆਦਾ ਚਲੀ ਆ ਰਹੀ ਹੈ, ਉਹੀ ਆਪ ਜੀ ਉਹਦੇ ਉੱਤੇ ਹੀ ਚੱਲਣਾ ਕਰੋ। ਸਭ ਵਿਧ ਲਾਇਕ ਤਾਤ ਤੁਮਾਰੇ। ਇਹ ਬਚਨ ਕਰਕੇ ਕਹਿੰਦੇ ਕਿ ਦੇਖੋ ਆਪ ਜੀ ਦੇ 2 ਸਪੁੱਤਰ ਹਨ ਤੇ ਇਹ 2 ਸਪੁੱਤਰ ਇਹ ਹਰ ਤਰ੍ਹਾਂ ਦੇ ਨਾਲ ਲਾਇਕ ਹਨ। ਕੋਈ ਵੀ ਪਿਆਰਿਓ, ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਕਈ ਵਾਰੀ ਕਈ ਵਿਦਵਾਨ, ਕਈ ਅਖੌਤੀ ਲੋਕ, ਕਿਉਂਕਿ ਇਹ ਨਹੀਂ ਸਮਝਣਾ ਚਾਹੀਦਾ ਕਿ ਬੇਸ਼ੱਕ ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਬਾਬਾ ਲਹਿਣਾ ਜੀ ਨੂੰ ਦੇ ਦਿੱਤੀ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਗੁਰੂ ਸਪੁੱਤਰ ਜਿਹੜੇ ਨਿਕੰਮੇ ਸਨ ਜਾਂ ਉਹਨਾਂ ਦੇ ਅੰਦਰ ਕੋਈ ਗੁਣ ਨਹੀਂ ਹੈ। ਨਹੀਂ ਪਿਆਰਿਓ, ਬਾਬਾ ਸ਼੍ਰੀ ਚੰਦ ਜੀ ਬਹੁਤ ਉਦਾਸੀਨ, ਜੋ ਸੰਪਰਦਾ ਦਾ ਜਿਨ੍ਹਾਂ ਨੇ ਸੂਤਰਪਾਤ ਕਰਨਾ ਕੀਤਾ, ਆਰੰਭਤਾ ਕਰਨੀ ਕੀਤੀ, ਬਹੁਤ ਉੱਚਾ ਸੁੱਚਾ ਜੀਵਨ ਸੀ ਤੇ ਇਹਨਾਂ ਨੇ ਗੁਰੂ ਘਰ ਦਾ ਬਹੁਤ ਜ਼ਿਆਦਾ ਪ੍ਰਚਾਰ ਕਰਨਾ ਕੀਤਾ। ਅੱਜ ਬੇਸ਼ੱਕ ਪਿਆਰਿਓ ਉਦਾਸੀ ਜਿਹੜੇ ਹਨ ਤੇ ਇਹ ਗੁਰੂ ਘਰ ਦੇ ਨਾਲੋਂ ਟੁੱਟ ਗਏ, ਕਿਉਂਕਿ ਕੁਝ ਉਦਾਸੀਆਂ ਨੇ ਜਦੋਂ ਇਹ ਮਹੰਤ ਜਿਹੜੇ ਸਨ ਗੁਰੂ ਘਰ ਦੇ ਉੱਤੇ ਜਦੋਂ ਕਾਬਜ ਹੋ ਗਏ, ਮਹੰਤ ਨਾਰਾਇਣ ਨੂੰ ਵਰ ਗਏ, ਔਰ ਵੀ ਕਈ ਮਹੰਤ ਜਿਹੜੇ ਹਨ ਗੁਰੂ ਘਰ ਦੇ ਉੱਤੇ ਕਾਬਜ ਹੋ ਕਰਕੇ ਉਹਨਾਂ ਨੇ ਬਹੁਤ ਬਦਫੈਲੀਆਂ ਕਰਨੀ, ਇਸਤੇਮਾਲ ਕਰਨਾ ਕੀਤਾ। ਕਈ ਵਾਰੀ ਆਪਾਂ ਵੇਖਦੇ ਹਾਂ ਅੱਜ ਵੀ ਪਿਆਰਿਓ ਗੁਰੂ ਘਰ ਦੇ ਉੱਤੇ ਕਾਬਜ ਹੋ ਕਰਕੇ ਕੋਈ ਜਦੋਂ ਧਾਰਮਿਕ ਆਗੂ ਗਲਤ ਕੰਮ ਕਰਦਾ, ਮਨ ਮਰਜ਼ੀਆਂ ਕਰਦਾ ਤੇ ਲੋਕੀ ਕਹਿ ਦਿੰਦੇ ਕਿ ਭਾਈ ਇਹ ਤਾਂ ਮਹੰਤ ਬਣ ਗਿਆ। ਕਈ ਵਾਰੀ ਕਹਿ ਦਿੰਦੇ ਜੀ ਇਹ ਨਾਰਾਇਣੂ ਬਣ ਗਿਆ। ਕਈ ਫਿਰ ਗੁਰੂ ਘਰ ਦੇ ਇਹ ਬਣ ਕਰਕੇ ਲੋਕਾਂ ਨੂੰ ਠੱਗਦੇ ਹਨ। ਆਪਾਂ ਫਿਰ ਕਹਿ ਦਿੰਦੇ ਹਾਂ ਜੀ ਆ ਜੀ ਫਲਾਣਾ ਤਾਂ ਮਸੰਦ ਹੈ, ਗੁਰੂ ਘਰ ਦੀ ਇਹ ਮਾਇਆ ਖਾਈ ਜਾ ਰਿਹਾ ਕਰਕੇ। ਲੇਕਿਨ ਪਿਆਰਿਓ ਸਾਰੇ ਉਦਾਸੀ ਗਲਤ ਨਹੀਂ ਸਨ। ਹਾਂ, ਲੇਕਿਨ ਕਿਸੇ ਜ਼ਮਾਨੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਵੀ ਇਹਨਾਂ ਉਦਾਸੀ ਮਹਾਂਪੁਰਖਾਂ ਨੇ ਤੇ ਬਾਬਾ ਸ਼੍ਰੀ ਚੰਦ ਜੀ, ਇਹਨਾਂ ਤੋਂ ਅੱਗੇ 4 ਧੂਣੇ ਜਿਹੜੇ ਹੋਏ ਹਨ, ਇਹਨਾਂ ਨੇ ਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਕਰਨਾ ਕੀਤਾ। ਲੇਕਿਨ ਕੁਝ ਲੋਕ ਜਦੋਂ ਗਲਤ ਹੋ ਗਏ, ਗਲਤ ਪਾਸੇ ਲੱਗ ਗਏ ਤੇ ਉਹਨਾਂ ਦੇ ਨਾਲ ਨਾਲ ਫਿਰ ਕਈ ਜਿਹੜੇ ਚੰਗੇ ਹਨ ਉਹ ਵੀ ਗੁਰੂ ਘਰ ਦੇ ਨਾਲੋਂ ਟੁੱਟ ਗਏ। ਇਹ ਨਹੀਂ ਸਮਝਣਾ ਚਾਹੀਦਾ, ਕਿਉਂਕਿ ਅੱਜ ਬਾਬਾ ਸ਼੍ਰੀ ਚੰਦ ਜੀ ਦਾ ਜਦੋਂ ਕਈ ਵਾਰੀ ਆਪਾਂ ਨਾਮ ਲੈਂਦੇ ਹਾਂ, ਉਹਨਾਂ ਦਾ ਜਸ ਕਰਦੇ ਹਾਂ, ਕਈਆਂ ਨੂੰ ਪਿਆਰਿਓ ਅਖੌਤੀ ਲੋਕਾਂ ਨੂੰ ਬੜੀ ਅੱਗ ਲੱਗ ਜਾਂਦੀ ਹੈ। ਨਹੀਂ ਪਿਆਰਿਓ, ਉਹ ਕੋਈ ਮਾੜੇ ਮੋਟੇ ਨਹੀਂ ਸਨ, ਬਹੁਤ ਉੱਚੀ ਸੁੱਚੀ ਉਹਨਾਂ ਦੀ ਕਮਾਈ ਸੀ। ਹੁਣ ਮਾਤ ਸੁਲੱਖਣੀ ਜੀ ਨੇ ਕਿਹਾ ਕਿ ਬਾਬਾ ਸ਼੍ਰੀ ਚੰਦ ਜੀ ਇੰਨੇ ਉਹਨਾਂ ਦੇ ਅੰਦਰ ਲਿਆਕਤ ਭਰੀ ਹੋਈ ਹੈ, ਬਹੁਤ ਉੱਚੀ ਅਵਸਥਾ ਨੂੰ ਉਹਨਾਂ ਨੇ ਮਾਨਣਾ ਕੀਤਾ। ਬਾਬਾ ਲਖਮੀ ਦਾਸ ਜੀ ਵੀ ਬੇਸ਼ੱਕ ਉਹ ਗ੍ਰਸਤੀ ਸਨ, ਲੇਕਿਨ ਨਾਮ ਬਾਣੀ ਦੇ ਪੂਰੇ ਉਹ ਰਸੀਏ ਸਨ, ਬਹੁਤ ਵੱਡੇ ਅਭਿਆਸੀ ਹਨ। ਪ੍ਰੀਤ ਨਾ ਕਰਹੁ ਤਿਨਹੁ ਸੰਗਾਰੇ। ਸਤਿਗੁਰੂ ਮਹਾਰਾਜ ਆਪ ਜੀ ਇਹਨਾਂ ਦੇ ਨਾਲ ਪ੍ਰੇਮ ਨਹੀਂ ਕਰਦੇ ਹੋ। ਇਹਨਾਂ ਦੇ ਅੰਦਰ ਤਾਂ ਸਾਰੇ ਗੁਣ ਭਰੇ ਹੋਏ ਹਨ, ਲਿਆਕਤ ਦੇ ਨਾਲ ਇਹ ਭਰੇ ਹੋਏ, ਲੇਕਿਨ ਆਪ ਜੀ ਇਹਨਾਂ ਦੇ ਨਾਲ ਪ੍ਰੇਮ ਨਹੀਂ ਕਰਦੇ। ਜਗ ਮੈਂ ਜਿਨ ਤੇ ਬੰਸ ਬਧੇਰਾ। ਕਿਉਂਕਿ ਜਗਤ ਦੇ ਵਿੱਚ ਪੁੱਤਰਾਂ ਤੋਂ ਹੀ ਜਿਹੜੀ ਹੈ ਵੰਸ਼ ਜਿਹੜੀ ਹੈ ਵੱਧਦੀ ਹੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਪੁੱਤੀ ਗੰਢ ਪਵੈ ਸੰਸਾਰ, ਤੇ ਪੁੱਤਾਂ ਦੇ ਨਾਲ ਹੀ, ਪੁੱਤਰਾਂ ਦੇ ਨਾਲ, ਸੰਤਾਨ ਦੇ ਨਾਲ ਹੀ ਤਾਂ ਸੰਸਾਰ ਦੇ ਵਿੱਚ ਗੰਢ ਰਹਿੰਦੀ ਹੈ।
ਭਾਵ ਕਿ ਉਹਨਾਂ ਦੇ ਨਾਲ ਹੀ ਤਾਂ ਸੰਸਾਰ ਦੇ ਵਿੱਚ ਵੰਸ ਵੱਧਦੀ ਹੈ। ਸੋ ਜਸ ਹੋਏ ਸਭ ਵਿਖੇ ਘਨੇਰਾ। ਜੇ ਪੁੱਤਰ ਅੱਗੇ ਵੱਧਦੇ ਹਨ, ਜੇ ਕੋਈ ਸਿਆਣਾ ਮਾਂ-ਬਾਪ ਜਿਹੜੇ ਉਹ ਆਪਣੇ ਪੁੱਤਰਾਂ ਨੂੰ ਅੱਗੇ ਵਧਾਉਂਦੇ, ਉਹਨਾਂ ਦਾ ਜਿਹੜਾ ਹੈ ਬਹੁਤ ਜ਼ਿਆਦਾ ਇਹ ਕਰਦੇ ਹਨ, ਰੁਤਬਿਆਂ ਤੱਕ ਪਹੁੰਚਾਉਂਦੇ, ਤੇ ਉਹਨਾਂ ਦਾ ਵੀ ਜਸ ਹੁੰਦਾ ਤੇ ਪਿੱਛੇ ਪੀੜੀ ਦਾ ਪਰਿਵਾਰ ਦਾ ਵੀ ਬਹੁਤ ਜ਼ਿਆਦਾ ਜਸ ਹੁੰਦਾ। ਰਹੇ ਨਾਮ ਜਿਨ ਤੇ ਬਖਿਆਤੀ। ਇਹਨਾਂ ਦੇ ਨਾਲ ਹੀ, ਪੁੱਤਰਾਂ ਦੇ ਨਾਲ ਹੀ ਤਾਂ, ਸੰਤਾਨ ਦੇ ਨਾਲ ਹੀ ਤਾਂ ਪਰਿਵਾਰ ਦਾ ਨਾਮ ਜਿਹੜਾ ਹੈ ਸੰਸਾਰ ਦੇ ਵਿੱਚ ਵਖਿਆਤ ਰਹਿੰਦਾ ਹੈ। ਅਮਕੇ ਕੀ ਕੁਲ ਜਗਤ ਸੁਹਾਤੀ। ਕਿਉਂਕਿ ਅੱਗੇ ਜਾ ਕਰਕੇ ਸੰਸਾਰ ਦੇ ਵਿੱਚ ਰਹਿਣਾ ਤਾਂ ਕੋਈ ਵੀ ਨਹੀਂ ਹੈ, ਲੇਕਿਨ ਜਿਨ੍ਹਾਂ ਦੀ ਕੁਲ ਜਦੋਂ ਚੱਲਦੀ ਹੈ ਅੱਗੇ ਤੱਕ, ਤੇ ਫਿਰ ਲੋਕੀ ਉਹਨਾਂ ਦਾ ਸਤਿਕਾਰ ਕਰਦੇ, ਕਹਿੰਦੇ ਜੀ ਇਹ ਫਲਾਣੇ ਦੇ ਕੁਲ ਦੇ ਵਿੱਚੋਂ ਹੈ, ਤੇ ਇਹ ਫਲਾਣੇ ਦੀ ਅੰਸ਼ ਬੰਸ ਦੇ ਵਿੱਚੋਂ ਹੈ। ਜੇ ਅੰਸ਼ ਬੰਸ ਹੋਵੇ ਤੇ ਉਹਨਾਂ ਦਾ ਬੜਾ ਸਨਮਾਨ ਹੁੰਦਾ। ਅਸ ਗੁਣਕਾਰ ਸੁਤਨ ਕੋ ਤਿਆਗਾ। ਇਹੋ ਜੇ ਗੁਣਕਾਰ ਜਿਹੜੇ ਗੁਣਾ ਦੇ ਨਾਲ ਭਰੇ ਹੋਏ ਆਪਣੇ ਬੱਚੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਦਾ ਤਿਆਗ ਕਰਕੇ, ਕਰਹੁ ਦਾਸ ਪਰ ਬਹੁ ਅਨੁਰਾਗਾ। ਆਪ ਜੀ ਆਪਣੇ ਦਾਸ ਦੇ ਉੱਤੇ, ਬਾਬਾ ਲੈਣਾ ਜੀ ਦੇ ਉੱਤੇ ਬਹੁਤ ਜ਼ਿਆਦਾ ਪ੍ਰੇਮ ਪਿਆਰ ਕਰ ਰਹੇ ਹੋ। ਸੁਣਿਆ ਕਿ ਗੁਰਤਾ ਗੱਦੀ ਵੀ ਆਪ ਜੀ ਉਹਨਾਂ ਨੂੰ ਦੇਣ ਵਾਲੇ ਹੋ। ਦੋਹਰਾ ਬਹੁਰ ਕਲਾ ਨਿਜ ਵਸਤ ਜੋ ਦਈ ਚਹਿਤ ਹੂੰ ਤਾਂ। ਸਤਿਗੁਰੂ ਮਹਾਰਾਜ ਜੀ ਨੂੰ ਮਾਤ ਸੁਲੱਖਣੀ ਜੀ ਬੇਨਤੀ ਕਰਦੇ ਹਨ ਕਿ ਆਪਣੀ ਸਾਰੀ ਕਲਾ ਤੇ ਸਾਰੀਆਂ ਵਸਤੂਆਂ ਲੱਗਦਾ ਆਪ ਜੀ ਨੇ ਆਪਣੇ ਸੇਵਕ ਨੂੰ ਦੇ ਦੇਣਾ। ਤਾਤਨ ਤੇ ਅਧਿਕਾਇ ਕਰ ਬੈਠਾ ਰਹੋ ਜਗਮਾਨ। ਤੇ ਜਗਤ ਦੇ ਵਿੱਚ ਲੱਗਦਾ ਆਪ ਜੀ ਨੇ ਆਪਣੇ ਪੁੱਤਰਾਂ ਤੋਂ ਵੀ ਉੱਚਾ ਦਰਜਾ ਉਹਨਾਂ ਨੂੰ ਦੇ ਕਰਕੇ, ਜਿਹਦਾ ਹੱਕ ਜਿਹੜਾ ਹੈ ਪੁੱਤਰਾਂ ਦਾ ਜਿੱਥੇ ਹੱਕ ਬਣਦਾ, ਉਹਨਾਂ ਦਾ ਹੱਕ ਮਾਰ ਕਰਕੇ, ਹੱਕ ਹਟਾ ਕਰਕੇ, ਲੱਗਦਾ ਆਪ ਜੀ ਨੇ ਆਪਣੇ ਸੇਵਕ ਨੂੰ ਆਪਣੇ ਪੁੱਤਰਾਂ ਤੋਂ ਵੀ ਜ਼ਿਆਦੀ ਵਡਿਆਈ ਦੇਣੀ ਹੈ। ਸੋ ਪਈ ਅਵਤਾਰਾ ਦਿਗ ਭਏ ਅਗਾ। ਨਹੀਂ ਧਾਰਨ ਕਰਨਾ ਕੀਤਾ। ਜਦੋਂ ਵੀ ਵਡਿਆਈ ਦੀ ਗੱਲ ਆਈ, ਰਾਜਪਾਟ ਦੀ ਗੱਲ ਆਈ, ਉਹਨਾਂ ਅਵਤਾਰੀਆਂ ਨੇ ਵੀ ਆਪਣੇ ਪੁੱਤਰਾਂ ਨੂੰ ਅੱਗੇ ਵਧਾਇਆ ਹੈ, ਅੱਗੇ ਰਾਜਪਾਟ ਉਹਨਾਂ ਨੂੰ ਦਿੱਤਾ ਹੈ, ਉਹਨਾਂ ਦੀ ਵੰਸ਼ ਅੱਗੇ ਤੋਰਨੀ ਕੀਤੀ। ਹੋਤ ਸੁਤਨ ਕੇ ਦਾਸ ਬਧਾਵਾ। ਜੇ ਆਪਣੇ ਬੱਚਿਆਂ ਤੋਂ ਦਾਸ ਜੇ ਵੱਡਾ ਹੋ ਜਾਵੇ ਤਾਂ ਨਿਜ ਅਸਥਾਨ ਹੈ ਤਾਹ ਬਿਠਾਵਾ। ਲੱਗਦਾ ਆਪਣੇ ਬੱਚਿਆਂ ਤੋਂ ਆਪਣੇ ਸੇਵਕ ਨੂੰ, ਦਾਸ ਨੂੰ, ਉਹਨਾਂ ਤੋਂ ਜ਼ਿਆਦੀ ਵਡਿਆਈ ਦੇ ਕਰਕੇ ਆਪਣੇ ਨਿਜ ਅਸਥਾਨ ਤੇ ਲੱਗਦਾ ਆਪ ਜੀ ਨੇ ਆਪਣੇ ਸੇਵਕ ਨੂੰ ਬਿਠਾਉਣਾ ਹੈ। ਇਹਦੇ ਨਾਲ ਆਪਣੇ ਬੱਚਿਆਂ ਦਾ ਹੱਕ ਜਿਹੜਾ ਖਤਮ ਹੋ ਜਾਵੇਗਾ। ਬਾਤ ਨਾ ਨੀਕੀ ਲੇਹੁ ਵਿਚਾਰੀ। ਗਲ ਵਿੱਚ ਪੱਲਾ ਪਾ ਕਰਕੇ, ਹੱਥ ਜੋੜ ਕਰਕੇ ਮਾਤ ਜੀ ਬਚਨ ਕਰਦੇ ਹਨ ਕਿ ਸਤਿਗੁਰੂ ਜੀ ਮਹਾਰਾਜ ਇਹ ਗੱਲ ਠੀਕ ਨਹੀਂ ਹੈ, ਇਹ ਚੰਗੀ ਗੱਲ ਨਹੀਂ ਹੈ। ਜੋ ਹਿਰਦੇ ਇਉ ਚਾਹੇ ਤੁਮਾਰੀ। ਜੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਕਰਨ ਦੀ ਚਾਹ, ਤੇ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਠੀਕ ਗੱਲ ਨਹੀਂ ਹੈ। ਸੰਤਤ ਚਿਤ ਮੈਂ ਤਪ ਹੈ ਨੀਤੀ। ਕਿਉਂਕਿ ਇਹੀ ਨੀਤੀ ਵੀ ਦੱਸਦੀ ਹੈ ਕਿ ਭਾਈ ਔਲਾਦ ਜਿਹੜੀ ਹੈ ਉਹਨੂੰ ਜਿਹੜਾ ਵਡਿਆਈ ਦੇਣੀ ਚਾਹੀਦੀ ਹੈ। ਜੇ ਔਲਾਦ ਬੱਚਿਆਂ ਦਾ ਹੱਕ ਮਾਰ ਕਰਕੇ ਦੂਜਿਆਂ ਨੂੰ ਉਸ ਥਾਂ ਤੇ ਬਿਠਾ ਦਿਓ, ਤੇ ਬੱਚੇ ਵੀ ਜਿਹੜੇ ਹਨ ਸਦਾ ਵਾਸਤੇ ਕਲਪਦੇ ਰਹਿੰਦੇ ਹਨ। ਸੁਖ ਨਹਿ ਪਾਵੈ ਪਿਖੈ ਅਨੀਤੀ। ਇਹ ਅਨੀਤੀ ਨੂੰ ਵੇਖ ਕਰਕੇ ਉਹਨਾਂ ਨੂੰ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਵੇਗੀ। ਜੇ ਆਪ ਜੀ ਨੇ ਗੁਰਤਾ ਗੱਦੀ ਆਪਣਾ ਸਭ ਕੁਝ ਆਪਣੇ ਸੇਵਕ ਨੂੰ ਦੇ ਦਿੱਤਾ, ਤੇ ਤੁਹਾਡੇ ਬੱਚੇ ਜਿਹੜੇ ਹਨ ਉਹਨਾਂ ਨੂੰ ਤਾਂ ਇਹੀ ਖੋਬ ਰਵੇਗਾ, ਮਨ ਵਿੱਚ ਸਦਾ ਇਹ ਚਿੰਤਾ ਰਵੇਗੀ ਕਿ ਦੇਖੋ ਜੀ ਪਿਤਾ ਨੇ ਸਾਡੇ ਨਾਲ ਅਨਿਆਏ ਕਰਨਾ ਕੀਤਾ, ਜੋ ਹੱਕ ਸਾਡਾ ਬਣਦਾ ਸੀ, ਸਾਡਾ ਹੱਕ ਮਾਰ ਕਰਕੇ ਫਲਾਣੇ ਨੂੰ ਦੇ ਦਿੱਤਾ, ਦੂਜੇ ਸੇਵਕ ਨੂੰ ਦੇ ਦਿੱਤਾ, ਸਾਡਾ ਤਾਂ ਹੱਕ ਰਹਿ ਗਿਆ। ਉਹਨਾਂ ਦਾ ਚਿੱਤ ਜਿਹੜਾ ਸਦਾ ਕਲਪਦਾ ਰਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰਨਾ ਕਰੋ। ਜੋ ਵਡਿਆਈ ਦੇਣੀ ਨਾ, ਬੇਸ਼ੱਕ ਕੋਈ ਬੰਦਾ ਜਿਹੜਾ ਗ੍ਰਸਤੀ ਨਾ ਹੋਵੇ, ਉਹਦੀ ਆਪਣੀ ਸੰਤਾਨ ਨਾ ਹੋਵੇ, ਤਾਂ ਉਹ ਆਪਣੇ ਕਿਸੇ ਸੇਵਕ ਨੂੰ, ਕੋਈ ਦਾਸ ਨੂੰ ਵਡਿਆਈ ਦਵੇ ਤਾਂ ਆਪਾਂ ਮੰਨ ਸਕਦੇ ਹਾਂ। ਲੇਕਿਨ ਘਰ ਦੇ ਵਿੱਚ ਸਭ ਰਹਿ ਕਰਕੇ, ਸਾਰੇ ਗੁਣਾਂ ਦੇ ਨਾਲ ਸੰਪੰਨ ਬੱਚੇ ਰਹਿ ਕਰਕੇ ਵੀ ਉਹਨਾਂ ਦੀ ਵਡਿਆਈ, ਉਹਨਾਂ ਦਾ ਹੱਕ ਮਾਰ ਕਰਕੇ ਦੂਜੇ ਨੂੰ ਦੇ ਦਿਓ, ਇਹ ਗੱਲ ਠੀਕ ਨਹੀਂ ਹੈ। ਇਸ ਤਰ੍ਹਾਂ ਹੁਣ ਮਾਤ ਸੁਲੱਖਣੀ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਨੀ ਕੀਤੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦਾ ਕਿਸ ਤਰ੍ਹਾਂ ਜਵਾਬ ਦਿੰਦੇ ਹਨ,
ਉਹ ਪਾਵਨ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀ ਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦ ਸਚ, ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦ ਸਚ, ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦ ਸਚ, ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦ ਸਚ, ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦ ਸਚ, ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ, ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ
ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਾਤਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਲੇ